ओशो का अगला प्रवचन। मौत तो ना ਤਾਂ ਮੁਕਤ ਹੋਣਾ ਹੈ ਨਾ ਮੌਤ ਨੂੰ ਜਿੱਤਣਾ ਹੈ। ਮੌਤ ਨੂੰ ਜਾਣਨਾ ਹੈ, ਜਾਣਨਾ ਹੀ ਮੁਕਤੀ ਬਣ ਜਾਂਦਾ ਹੈ, ਜਾਣਨਾ ਹੀ ਜਿੱਤ ਬਣ ਜਾਂਦਾ ਹੈ। ਜੀਵਨ ਦੇ ਮੰਦਰ ਵਿੱਚ ਦੁਆਰ ਹੈ ਮੌਤ ਦਾ। ਮੇਰੇ ਪਿਆਰੇ ਆਪਣੇ, ਜਿਸ ਨੂੰ ਅਸੀਂ ਜਾਣ ਲੈਂਦੇ ਹਾਂ ਉਸ ਤੋਂ ਅਸੀਂ ਮੁਕਤ ਹੋ ਜਾਂਦੇ ਹਾਂ, ਤੇ ਜਿਸ ਨੂੰ ਅਸੀਂ ਜਾਣ ਲੈਂਦੇ ਹਾਂ ਉਹਨੂੰ ਅਸੀਂ ਜਿੱਤ ਵੀ ਲੈਂਦੇ ਹਾਂ। ਸਾਡੀ ਹਾਰ ਤੇ ਜਿੱਤ ਸਾਡੇ ਅਗਿਆਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਹਨੇਰਾ ਹੈ ਇਸ ਲਈ ਹਾਰ ਹੈ, ਰੌਸ਼ਨੀ ਹੋਵੇ ਤਾਂ ਹਾਰ ਅਸੰਭਵ ਹੈ, ਰੌਸ਼ਨੀ ਜਿੱਤ ਬਣ ਜਾਏਗੀ। ਮੌਤ ਦੇ ਸੰਬੰਧ 'ਚ ਪਹਿਲੀ ਗੱਲ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਮੌਤ ਤੋਂ ਵੱਧ ਝੂਠ ਹੋਰ ਕੁਝ ਵੀ ਨਹੀਂ ਹੈ। ਪਰ ਮੌਤ ਹੀ ਸੱਚ ਜਾਪਦੀ ਹੈ। ਨਾ ਸਿਰਫ ਸੱਚ ਜਾਪਦੀ ਹੈ ਬਲਕਿ ਜ਼ਿੰਦਗੀ ਦਾ ਕੇਂਦਰੀ ਸੱਚ ਵੀ ਉਹੀ ਮਾਲੂਮ ਹੁੰਦੀ ਹੈ। ਅਜਿਹਾ ਲੱਗਦਾ ਹੈ ਕਿ ਸਾਰੀ ਜ਼ਿੰਦਗੀ ਮੌਤ ਨਾਲ ਘਿਰੀ ਹੋਈ ਹੈ, ਤੇ ਭਾਵੇਂ ਅਸੀਂ ਭੁੱਲ ਜਾਂਦੇ ਹੋਈਏ, ਭੁਲਾ ਦਿੰਦੇ ਹੋਈਏ, ਪਰ ਫਿਰ ਵੀ ਮੌਤ ਚਾਰੇ ਪਾਸੇ ਨੇੜੇ ਹੀ ਖੜੀ ਰਹਿੰਦੀ ਹੈ ਤੇ ਆਪਣੀ ਛਾਂ ਤੋਂ ਵੀ ਵੱਧ ਆਪਣੇ ਨੇੜੇ ਮੌਤ ਹੈ। ਜ਼ਿੰਦਗੀ ਨੂੰ ਜੋ ਰੂਪ ਅਸੀਂ ਦਿੱਤਾ ਹੈ ਉਹ ਵੀ ਮੌਤ ਦੇ ਭੈ ਦੇ ਕਾਰਨ ਹੀ ਦਿੱਤਾ ਹੈ। ਮੌਤ ਦੇ ਭੈ ਨੇ ਸਮਾਜ ਬਣਾਇਆ ਹੈ, ਰਾਸ਼ਟਰ ਬਣਾਏ ਹਨ, ਪਰਿਵਾਰ ਬਣਾਏ ਹਨ, ਮਿੱਤਰ ਇਕੱਠੇ ਕੀਤੇ ਹਨ। ਮੌਤ ਦੇ ਭੈ ਨੇ ਧਨ ਇਕੱਠਾ ਕਰਨ ਦੀ ਦੌੜ ਦਿੱਤੀ ਹੈ। ਮੌਤ ਦੇ ਭੈ ਨੇ ਅਹੁਦਿਆਂ ਦੀ ਚਾਹਨਾ ਦਿੱਤੀ ਹੈ। ਸਭ ਤੋਂ ਵੱਡੀ ਹੈਰਾਨੀ ਇਹ ਕਿ ਮੌਤ ਦੇ ਭੈ ਨੇ ਹੀ ਸਾਡੇ ਭਗਵਾਨ ਤੇ ਸਾਡੇ ਮੰਦਰ ਵੀ ਖੜੇ ਕਰ ਦਿੱਤੇ ਹਨ। ਮੌਤ ਤੋਂ ਭੈਮਾਨ ਗੋਡੇ ਟੇਕ ਕੇ ਪ੍ਰਾਰਥਨਾ ਕਰਦੇ ਹੋਏ ਲੋਕ ਹਨ। ਮੌਤ ਤੋਂ ਭੈਮਾਨ ਆਕਾਸ਼ ਵੱਲ ਨੂੰ, ਪਰਮਾਤਮਾ ਵੱਲ ਨੂੰ ਹੱਥ ਜੋੜੇ ਹੋਏ ਲੋਕ ਹਨ, ਤੇ ਮੌਤ ਤੋਂ ਵੱਧ ਝੂਠ ਕੁਝ ਵੀ ਨਹੀਂ ਹੈ। ਇਸੇ ਲਈ ਮੌਤ ਨੂੰ ਸੱਚ ਮੰਨ ਕੇ ਅਸੀਂ ਜੋ ਵੀ ਜ਼ਿੰਦਗੀ ਦੀ ਵਿਵਸਥਾ ਕੀਤੀ ਹੈ ਉਹ ਸਭ ਵੀ ਝੂਠ ਹੋ ਗਈ ਹੈ। ਪਰ ਮੌਤ ਦਾ ਝੂਠ ਸਾਨੂੰ ਕਿਵੇਂ ਪਤਾ ਲੱਗੇ? ਅਸੀਂ ਇਹ ਕਿਵੇਂ ਜਾਣ ਸਕੀਏ ਕਿ ਮੌਤ ਨਹੀਂ ਹੈ? ਤੇ ਜਦ ਤੱਕ ਅਸੀਂ ਇਹ ਨਾ ਜਾਣ ਸਕੀਏ ਤਦ ਤੱਕ ਸਾਡਾ ਭੈ ਵੀ ਲੋਪ ਨਹੀਂ ਹੋਏਗਾ। ਤਦ ਤੱਕ ਅਸੀਂ ਇਹ ਨਾ ਜਾਣ ਸਕੀਏ ਕਿ ਮੌਤ ਝੂਠ ਹੈ ਤਦ ਤੱਕ ਸਾਡੀ ਜ਼ਿੰਦਗੀ ਸੱਚ ਨਹੀਂ ਹੋ ਸਕਦੀ। ਜਦ ਤੱਕ ਮੌਤ ਦਾ ਭੈ ਹੈ ਤਦ ਤੱਕ ਸਾਡੀ ਜ਼ਿੰਦਗੀ ਸੱਚ ਨਹੀਂ ਹੋ ਸਕਦੀ, ਤੇ ਜਦ ਤੱਕ ਮੌਤ ਤੋਂ ਅਸੀਂ ਡਰੇ ਹੋਏ ਕੰਬ ਰਹੇ ਹਾਂ ਤਦ ਤੱਕ ਜ਼ਿੰਦਗੀ ਨੂੰ ਜੀਣ ਦੀ ਸਮਰੱਥਾ ਵੀ ਅਸੀਂ ਨਹੀਂ ਹਾਸਲ ਕਰ ਸਕਦੇ। ਜ਼ਿੰਦਗੀ ਨੂੰ ਸਿਰਫ ਉਹੀ ਜੀ ਸਕਦਾ ਹੈ ਜਿਹਦੇ ਸਾਹਮਣੇ ਤੋਂ ਮੌਤ ਦੀ ਛਾਂ ਵਿਦਾ ਤੇ ਲੋਪ ਹੋ ਗਈ ਹੈ। ਕੰਬਦਾ ਹੋਇਆ ਮਨ ਕਿਵੇਂ ਜੀਏਗਾ? ਡਰਿਆ ਹੋਇਆ ਮਨ ਕਿਵੇਂ ਜੀਏਗਾ? ਤੇ ਜਦ ਮੌਤ ਹਰ ਪਲ ਆਉਂਦੀ ਹੋਈ ਮਾਲੂਮ ਹੁੰਦੀ ਹੋਵੇ ਤਾਂ ਅਸੀਂ ਕਿਵੇਂ ਜੀਵੀਏ? ਅਸੀਂ ਕਿਵੇਂ ਜਿਉ ਸਕਦੇ ਹਾਂ? ਤੇ ਅਸੀਂ ਕਿੰਨਾ ਵੀ ਭੁਲਾਈ ਰੱਖੀਏ ਮੌਤ ਨੂੰ, ਉਹ ਭੁੱਲੀ ਨਹੀਂ ਰਹਿੰਦੀ। ਮੜੀਆਂ ਅਸੀਂ ਪਿੰਡ ਦੇ ਬਾਹਰ ਬਣਾਈਏ ਤਦ ਵੀ ਕੋਈ ਫਰਕ ਨਹੀਂ ਪੈਂਦਾ, ਉਹ ਦਿਖਾਈ ਪੈ ਹੀ ਜਾਂਦੀਆਂ। ਰੋਜ਼ਾਨਾ ਕੋਈ ਨਾ ਕੋਈ ਮਰਦਾ ਹੈ, ਨਿੱਤ ਕਿਤੇ ਨਾ ਕਿਤੇ ਮੌਤ ਵਾਪਰਦੀ ਹੈ, ਤੇ ਸਾਡੀ ਜ਼ਿੰਦਗੀ ਦੀ ਸਾਰੀ ਬੁਨਿਆਦ ਹਿੱਲ ਜਾਂਦੀ ਹੈ। ਤੇ ਹਰ ਵਾਰ ਜਦ ਵੀ ਮੌਤ ਵਾਪਰਦੀ ਹੋਈ ਦਿਖਾਈ ਦਿੰਦੀ ਹੈ ਤਦ ਅਸੀਂ ਜਾਣਦੇ ਹਾਂ ਕਿ ਮੈਂ ਵੀ ਮਰਾਂਗਾ। ਜਦ ਅਸੀਂ ਕਿਸੇ ਦੀ ਮੌਤ ਤੇ ਰੋਂਦੇ ਹਾਂ ਤਦ ਅਸੀਂ ਸਿਰਫ ਉਸ ਦੀ ਮੌਤ ਤੇ ਹੀ ਨਹੀਂ ਰੋਂਦੇ, ਆਪਣੀ ਮੌਤ ਦੀ ਖਬਰ ਤੇ ਵੀ ਰੋਂਦੇ ਹਾਂ। ਤੇ ਜਦ ਅਸੀਂ ਦੁਖੀ ਤੇ ਪੀੜਤ ਹੁੰਦੇ ਹਾਂ ਦੂਜੇ ਦੀ ਮੌਤ ਵੇਖ ਕੇ, ਤਦ ਅਸੀਂ ਦੂਜੇ ਦੀ ਮੌਤ ਨੂੰ ਵੇਖ ਕੇ ਹੀ ਦੁਖੀ ਤੇ ਪੀੜਤ ਨਹੀਂ ਹੁੰਦੇ, ਉਸ ਵਿੱਚ ਸਾਡੇ ਮਰਨ ਦੀ ਸੰਭਾਵਨਾ ਵੀ ਪ੍ਰਗਟ ਹੋ ਗਈ ਹੁੰਦੀ ਹੈ। ਹਰ ਮੌਤ ਸਾਡੀ ਮੌਤ ਵੀ ਹੈ। ਇੰਜ ਜਦ ਤੱਕ ਅਸੀਂ ਘਿਰੇ ਰਹੀਏ ਤਦ ਤੱਕ ਅਸੀਂ ਕਿਵੇਂ ਜੀ ਸਕਾਂਗੇ? ਤਦ ਤੱਕ ਜੀਣਾ ਅਸੰਭਵ ਹੈ। ਤਦ ਤੱਕ ਸਾਨੂੰ ਜ਼ਿੰਦਗੀ ਦਾ ਪਤਾ ਵੀ ਨਹੀਂ ਲੱਗ ਸਕਦਾ, ਨਾ ਉਸ ਦੇ ਆਨੰਦ ਦਾ, ਨਾ ਉਸ ਦੀ ਸੁੰਦਰਤਾ ਦਾ, ਨਾ ਉਸ ਦੇ ਰਸ ਦਾ। ਜਦ ਤੱਕ ਜ਼ਿੰਦਗੀ ਦਾ ਜੋ ਪਰਮ ਸੱਚ ਹੈ, ਪਰਮਾਤਮਾ, ਉਸ ਦੇ ਮੰਦਰ ਦੇ ਦੁਆਰ ਤੱਕ ਵੀ ਅਸੀਂ ਨਹੀਂ ਪਹੁੰਚ ਸਕਦੇ। ਮੌਤ ਦੇ ਭੈ ਨੇ ਇੱਕ ਤਰ੍ਹਾਂ ਦੇ ਮੰਦਰ ਤਿਆਰ ਕੀਤੇ ਹਨ, ਉਹ ਪਰਮਾਤਮਾ ਦੇ ਮੰਦਰ ਨਹੀਂ ਹਨ। ਤੇ ਮੌਤ ਦੇ ਭੈ ਨਾਲ ਇੱਕ ਤਰ੍ਹਾਂ ਦੀਆਂ ਪ੍ਰਾਰਥਨਾਵਾਂ ਬਣੀਆਂ ਹਨ, ਉਹ ਵੀ ਪਰਮਾਤਮਾ ਦੀਆਂ ਪ੍ਰਾਰਥਨਾਵਾਂ ਨਹੀਂ ਹਨ। ਪਰਮਾਤਮਾ ਦੇ ਮੰਦਰ ਤੱਕ ਤਾਂ ਉਹ ਪਹੁੰਚਦਾ ਹੈ ਜੋ ਜ਼ਿੰਦਗੀ ਦੇ ਆਨੰਦ ਨਾਲ ਪੂਰਾ ਭਰ ਜਾਂਦਾ ਹੈ। ਪਰਮਾਤਮਾ ਦੀਆਂ ਪੌੜੀਆਂ ਜ਼ਿੰਦਗੀ ਦੀ ਸੁੰਦਰਤਾ ਤੇ ਜ਼ਿੰਦਗੀ ਦੇ ਰਸ ਨਾਲ ਭਰੀਆਂ ਹੋਈਆਂ ਹਨ, ਤੇ ਪਰਮਾਤਮਾ ਦੇ ਦੁਆਰ ਦੀਆਂ ਘੰਟੀਆਂ ਸਿਰਫ ਉਹਨਾਂ ਲਈ ਵੱਜਦੀਆਂ ਹਨ ਜੋ ਹਰ ਤਰ੍ਹਾਂ ਦੇ ਭੈ ਤੋਂ ਮੁਕਤ ਹੋ ਕੇ ਨਿਰਭੈ ਹੋ ਜਾਂਦੇ ਹਨ। ਤਦ ਤਾਂ ਬੜੀ ਮੁਸ਼ਕਿਲ ਹੁੰਦੀ ਹੈ।
ਅਸੀਂ ਮੌਤ ਨਾਲ ਡਰੇ ਹੋਏ ਜੀਣਾ ਚਾਹੁੰਦੇ ਹਾਂ, ਅਜਿਹਾ ਕਦੇ ਵੀ ਨਹੀਂ ਹੋ ਸਕਦਾ। ਦੋ ਵਿੱਚੋਂ ਇੱਕ ਹੀ ਗੱਲ ਸੱਚ ਹੋ ਸਕਦੀ ਹੈ। ਧਿਆਨ ਰਹੇ, ਜੇਕਰ ਜ਼ਿੰਦਗੀ ਸੱਚ ਹੈ ਤਾਂ ਮੌਤ ਸੱਚ ਨਹੀਂ ਹੋ ਸਕਦੀ, ਤੇ ਜੇਕਰ ਮੌਤ ਸੱਚ ਹੈ ਤਾਂ ਜ਼ਿੰਦਗੀ ਸਿਰਫ ਇੱਕ ਸੁਪਨਾ ਹੋਏਗੀ, ਇੱਕ ਝੂਠ। ਉਹ ਸੱਚ ਨਹੀਂ ਹੋ ਸਕਦੀ। ਇਹ ਦੋਵੇਂ ਗੱਲਾਂ ਇੱਕੋ ਸਮੇਂ ਹੋਣੀਆਂ ਸੰਭਵ ਹਨ, ਪਰ ਅਸੀਂ ਇਹਨਾਂ ਦੋਹਾਂ ਗੱਲਾਂ ਨੂੰ ਇੱਕੋ ਸਮੇਂ ਫੜ ਰੱਖਿਆ ਹੈ। ਅਜਿਹਾ ਵੀ ਲੱਗਦਾ ਹੈ ਕਿ ਅਸੀਂ ਜਿਉਂਦੇ ਹਾਂ, ਤੇ ਅਜਿਹਾ ਵੀ ਲੱਗਦਾ ਹੈ ਕਿ ਅਸੀਂ ਮਰਾਂਗੇ। ਮੈਂ ਸੁਣਿਆ ਕਿ ਦੂਰ ਕਿਸੇ ਪਹਾੜ ਦੇ ਹੇਠਾਂ ਇੱਕ ਫਕੀਰ ਦਾ ਨਿਵਾਸ ਸੀ। ਬਹੁਤ ਲੋਕ ਉਹਦੇ ਕੋਲ ਬਹੁਤ ਸਾਰੀਆਂ ਗੱਲਾਂ ਪੁੱਛਣ ਚਲੇ ਜਾਂਦੇ ਸਨ। ਇੱਕ ਵਾਰ ਇੱਕ ਆਦਮੀ ਉਸ ਕੋਲੋਂ ਪੁੱਛਣ ਗਿਆ ਕਿ ਸਾਨੂੰ ਜ਼ਿੰਦਗੀ ਤੇ ਮੌਤ ਦੇ ਸੰਬੰਧ ਵਿੱਚ ਕੁਝ ਦੱਸੋ। ਉਸ ਫਕੀਰ ਨੇ ਕਿਹਾ, ਜੇਕਰ ਜ਼ਿੰਦਗੀ ਦੇ ਸੰਬੰਧ ਵਿੱਚ ਜਾਣਨਾ ਹੋਵੇ ਤਾਂ ਸਵਾਗਤ ਹੈ ਤੇਰਾ, ਆ ਜਾ, ਦੁਆਰ ਖੁੱਲੇ ਹਨ। ਪਰ ਜੇਕਰ ਮੌਤ ਦੇ ਸੰਬੰਧ ਵਿੱਚ ਜਾਣਨਾ ਹੋਵੇ ਤਾਂ ਕਿਤੇ ਹੋਰ ਜਾ, ਕਿਉਂਕਿ ਮੈਂ ਨਾ ਤਾਂ ਕਦੇ ਮਰਿਆ ਹਾਂ ਤੇ ਨਾ ਕਦੇ ਮਰ ਸਕਦਾ। ਮੌਤ ਦਾ ਮੈਨੂੰ ਕੋਈ ਅਨੁਭਵ ਨਹੀਂ ਹੈ। ਜੇਕਰ ਮੌਤ ਦੇ ਸੰਬੰਧ ਵਿੱਚ ਜਾਣਨਾ ਹੋਵੇ ਤਾਂ ਉਹਨਾਂ ਤੋਂ ਪੁੱਛ ਜੋ ਮਰ ਚੁੱਕੇ ਹਨ, ਉਹਨਾਂ ਤੋਂ ਪੁੱਛ ਜੋ ਮਰ ਗਏ ਹਨ। ਪਰ ਤਦ ਉਹ ਫਕੀਰ ਹੱਸਣ ਲੱਗਿਆ ਤੇ ਉਹਨੇ ਕਿਹਾ ਕਿ ਉਹਨਾਂ ਤੋਂ ਤੂੰ ਪੁੱਛੇਂਗਾ ਕਿਵੇਂ ਜੋ ਮਰ ਹੀ ਚੁੱਕੇ ਹਨ? ਉਹਨਾਂ ਤੋਂ ਪੁੱਛਣ ਦਾ ਵੀ ਤਾਂ ਕੋਈ ਉਪਾਅ ਨਹੀਂ ਹੈ। ਤੇ ਉਸ ਫਕੀਰ ਨੇ ਵੀ ਕਿਹਾ ਕਿ ਜੇ ਤੂੰ ਮੈਥੋਂ ਇਹ ਪੁੱਛੇ ਕਿ ਕਿਸੇ ਮਰੇ ਹੋਏ ਦਾ ਪਤਾ ਟਿਕਾਣਾ ਦੇ ਦਿਆਂ ਤਾਂ ਮੈਂ ਨਹੀਂ ਦੇ ਸਕਦਾ, ਕਿਉਂਕਿ ਜਦ ਤੋਂ ਮੈਨੂੰ ਇਹ ਪਤਾ ਲੱਗਿਆ ਕਿ ਮੈਂ ਮਰ ਨਹੀਂ ਸਕਦਾ, ਤਦ ਤੋਂ ਮੈਨੂੰ ਇਹ ਵੀ ਪਤਾ ਲੱਗ ਗਿਆ ਕਿ ਕੋਈ ਕਦੇ ਨਹੀਂ ਮਰਦਾ, ਕੋਈ ਮਰਿਆ ਹੀ ਨਹੀਂ ਹੈ, ਉਸ ਫਕੀਰ ਨੇ ਕਿਹਾ। ਕਿਵੇਂ ਅਸੀਂ ਮੰਨੀਏ ਉਹਦੀ ਗੱਲ? ਅਸੀਂ ਤਾਂ ਰੋਜ਼ਾਨਾ ਕਿਸੇ ਨੂੰ ਮਰਦਿਆਂ ਵੇਖਦੇ ਹਾਂ, ਰੋਜ਼ਾਨਾ ਮੌਤ ਵਾਪਰਦੀ ਹੈ। ਮੌਤ ਵੱਡਾ ਸੱਚ ਹੈ, ਪੁਰਾਣਾ ਨੂੰ ਛੇਕ ਕੇ ਵਿਖਾਈ ਦਿੰਦਾ ਹੈ। ਅੱਖਾਂ ਬੰਦ ਕਰੋ, ਕਿੰਨੀਆਂ ਹੀ ਤਦ ਵੀ ਦਿਖਾਈ ਦਿੰਦਾ ਹੈ, ਕਿੰਨੇ ਹੀ ਭੱਜੋ ਤੇ ਬਚੋ, ਉਹ ਤਾਂ ਸਾਨੂੰ ਘੇਰ ਹੀ ਲੈਂਦੀ ਹੈ। ਇਸ ਸੱਚ ਨੂੰ ਕਿਵੇਂ ਝੂਠ ਬਣਾ ਦਈਏ? ਕੁਝ ਲੋਕ ਝੂਠ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਕੁਝ ਲੋਕ ਮੌਤ ਦੇ ਡਰ ਕਾਰਨ ਇਹ ਮੰਨ ਲੈਂਦੇ ਹਨ ਕਿ ਆਤਮਾ ਅਮਰ ਹੈ, ਸਿਰਫ ਡਰ ਦੇ ਕਾਰਨ। ਜਾਣਦੇ ਨਹੀਂ ਹਨ, ਸਿਰਫ ਮੰਨ ਲੈਂਦੇ ਹਨ। ਕੁਝ ਲੋਕ ਰੋਜ਼ਾਨਾ ਸਵੇਰੇ ਉੱਠ ਕੇ ਦੁਹਰਾ ਰਹੇ ਹਨ, ਮੰਦਰਾਂ 'ਚ ਬੈਠ ਕੇ, ਮਸਜਿਦਾਂ 'ਚ ਬੈਠ ਕੇ, ਕਿ ਆਤਮਾ ਅਮਰ ਹੈ, ਆਤਮਾ ਕਦੇ ਨਹੀਂ ਮਰਦੀ, ਆਤਮਾ ਅਮਰ ਹੈ। ਤੇ ਇਸ ਭਰਮ 'ਚ ਹਨ ਕਿ ਸ਼ਾਇਦ ਬਾਰ-ਬਾਰ ਦੁਹਰਾਉਣ ਨਾਲ ਆਤਮਾ ਅਮਰ ਹੋ ਜਾਏਗੀ, ਤੇ ਸ਼ਾਇਦ ਉਹ ਇਸ ਖਿਆਲ ਵਿੱਚ ਹਨ ਕਿ ਬਾਰ-ਬਾਰ ਦੁਹਰਾਉਣ ਨਾਲ ਮੌਤ ਨੂੰ ਝੂਠਾ ਕੀਤਾ ਜਾ ਸਕਦਾ ਹੈ। ਮੌਤ ਝੂਠੀ ਨਹੀਂ ਹੁੰਦੀ ਦੁਹਰਾਉਣ ਨਾਲ, ਮੌਤ ਤਾਂ ਸਿਰਫ ਜਾਣਨ ਨਾਲ ਝੂਠੀ ਹੋ ਸਕਦੀ ਹੈ। ਧਿਆਨ ਰਹੇ, ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਅਸੀਂ ਜਿਸ ਗੱਲ ਨੂੰ ਦੁਹਰਾਉਂਦੇ ਹਾਂ ਉਸ ਤੋਂ ਉਲਟ ਨੂੰ ਅਸੀਂ ਹਮੇਸ਼ਾ ਸਵੀਕਾਰ ਕਰਦੇ ਹਾਂ। ਜਦ ਇੱਕ ਬੰਦਾ ਕਹਿੰਦਾ ਕਿ ਮੈਂ ਅਮਰ ਹਾਂ, ਆਤਮਾ ਅਮਰ ਹੈ, ਤੇ ਇਹਨੂੰ ਦੁਹਰਾਉਂਦਾ ਤਦ ਉਹ ਇਸ ਗੱਲ ਦਾ ਪਤਾ ਦਿੰਦਾ ਹੈ ਕਿ ਅੰਦਰ ਉਹ ਜਾਣਦਾ ਹੈ ਕਿ ਮੈਂ ਮਰਾਂਗਾ, ਮੈਨੂੰ ਮਰਨਾ ਪਏਗਾ। ਜੇਕਰ ਉਹ ਇਹ ਜਾਣਦਾ ਹੈ ਕਿ ਮੈਂ ਮਰਾਂਗਾ ਨਹੀਂ, ਤਾਂ ਹੁਣ ਇਸ ਗੱਲ ਨੂੰ ਦੁਹਰਾਉਣ ਦੀ ਵੀ ਕੋਈ ਲੋੜ ਨਹੀਂ। ਇਹਨੂੰ ਸਿਰਫ ਦੁਹਰਾਉਂਦਾ ਉਹੀ ਹੈ ਜੋ ਡਰਿਆ ਹੋਇਆ ਹੈ। ਤੇ ਇਸ ਲਈ ਇਹ ਦਿਖਾਈ ਪਏਗਾ ਕਿ ਜੋ ਦੇਸ਼, ਜੋ ਸਮਾਜ ਆਤਮਾ ਦੀ ਅਮਰਤਾ ਦੀਆਂ ਗੱਲਾਂ ਕਰਦੇ ਹਨ, ਉਹਨਾਂ ਤੋਂ ਵੱਧ ਮੌਤ ਤੋਂ ਡਰਨ ਵਾਲੇ ਲੋਕ ਲੱਭਣੇ ਮੁਸ਼ਕਿਲ ਹਨ। ਇਹ ਸਾਡਾ ਹੀ ਦੇਸ਼ ਹੈ ਜੋ ਆਤਮਾ ਦੀ ਅਮਰਤਾ ਦੀ ਗੱਲ ਕਰਦਾ ਥੱਕਦਾ ਨਹੀਂ ਹੈ। ਪਰ ਫਿਰ ਵੀ ਸਾਥੋਂ ਵੱਧ ਮੌਤ ਤੋਂ ਕੋਈ ਡਰਦਾ ਹੈ ਤਾਂ ਇਸ ਪ੍ਰਿਥਵੀ ਉੱਤੇ ਸਾਥੋਂ ਵੱਧ ਮੌਤ ਤੋਂ ਕੋਈ ਵੀ ਨਹੀਂ ਡਰਦਾ। ਇਹਨਾਂ ਦੋਹਾਂ ਗੱਲਾਂ 'ਚ ਕਿਵੇਂ ਤਾਲਮੇਲ ਬੈਠੇਗਾ? ਆਤਮਾ ਨੂੰ ਜੋ ਅਮਰ ਮੰਨਦੇ ਹਨ, ਉਹਨਾਂ ਦੇ ਗੁਲਾਮ ਹੋਣ ਦੀ ਕਦੇ ਸੰਭਾਵਨਾ ਹੈ? ਉਹ ਮਰ ਸਕਣਗੇ, ਮਰਨ ਦੇ ਲਈ ਤਿਆਰ ਰਹਿਣਗੇ, ਕਿਉਂਕਿ ਉਹ ਜਾਣਦੇ ਹਨ ਕਿ ਮੌਤ ਹੈ ਹੀ ਨਹੀਂ। ਜੋ ਜਾਣਦੇ ਹਨ ਕਿ ਜੀਵਨ ਅਮਰ ਹੈ, ਆਤਮਾ ਅਮਰ ਹੈ, ਉਹ ਪਹਿਲਾਂ ਚੰਦ ਤੇ ਉਤਰਨਗੇ, ਉਹ ਪਹਿਲਾਂ ਐਵਰੈਸਟ ਤੇ ਚੜ੍ਹਨਗੇ, ਉਹ ਪਹਿਲਾਂ ਪ੍ਰਸ਼ਾਂਤ ਮਹਾਸਾਗਰ ਦੀਆਂ ਡੂੰਘਾਈਆਂ 'ਚ ਉਤਰਨਗੇ। ਨਹੀਂ, ਅਸੀਂ ਉਹਨਾਂ ਵਿੱਚੋਂ ਨਹੀਂ ਹਾਂ। ਨਾ ਅਸੀਂ ਐਵਰੈਸਟ ਦੀ ਟੀਸੀ ਉੱਤੇ ਚੜ੍ਹਦੇ ਹਾਂ, ਨਾ ਅਸੀਂ ਚੰਦ ਤੇ ਉਤਰਦੇ ਹਾਂ, ਤੇ ਨਾ ਅਸੀਂ ਪੈਸੀਫਿਕ ਮਹਾਸਾਗਰ ਦੀਆਂ ਡੂੰਘਾਈਆਂ 'ਚ ਜਾਂਦੇ ਹਾਂ, ਤੇ ਅਸੀਂ ਆਤਮਾ ਨੂੰ ਅਮਰ ਮੰਨਣ ਵਾਲੇ ਲੋਕ ਹਾਂ। ਅਸੀਂ ਅਸਲ 'ਚ ਇੰਨਾ ਡਰਦੇ ਹਾਂ ਮੌਤ ਤੋਂ ਕਿ ਉਸੇ ਡਰ ਦੇ ਕਾਰਨ ਅਸੀਂ ਆਤਮਾ ਅਮਰ ਹੈ ਇਹਨੂੰ ਵੀ ਦੁਹਰਾਉਂਦੇ ਰਹਿੰਦੇ ਹਾਂ। ਤੇ ਸਾਨੂੰ ਇਹ ਭਰਮ ਹੈ ਕਿ ਸ਼ਾਇਦ ਬਾਰ-ਬਾਰ ਦੁਹਰਾ ਲੈਣ ਨਾਲ ਜੋ ਅਸੀਂ ਦੁਹਰਾ ਰਹੇ ਹਾਂ ਉਹ ਸੱਚ ਹੋ ਜਾਏਗਾ। ਦੁਹਰਾਉਣ ਨਾਲ ਕੋਈ ਵੀ ਗੱਲ ਸੱਚ ਨਹੀਂ ਹੋ ਸਕਦੀ। ਮੌਤ ਨਹੀਂ ਹੈ, ਅਜਿਹਾ ਦੁਹਰਾਉਣ ਨਾਲ ਮੌਤ ਨਹੀਂ ਹੋ ਜਾਏਗੀ। ਮੌਤ ਨੂੰ ਜਾਣਨਾ ਪਏਗਾ ਕਿ ਕੀ ਹੈ ਮੌਤ। ਮੌਤ ਦਾ ਸਾਖਿਆਤਕਾਰ ਕਰਨਾ ਪਏਗਾ ਕਿ ਮੌਤ ਕੀ ਹੈ।
ਮੌਤ ਨੂੰ ਅੱਖਾਂ ਦੇ ਸਾਹਮਣੇ ਖੜੇ ਕਰਨਾ ਪਏਗਾ, ਦੇਖਣਾ ਪਏਗਾ, ਜੀਣਾ ਪਏਗਾ, ਮੌਤ ਨਾਲ ਪਛਾਣ ਕਰਨੀ ਪਏਗੀ। ਇਹੀ ਹੋਏਗਾ ਸਾਖਿਆਤਕਾਰ। ਤੇ ਅਸੀਂ ਸਾਰੇ ਤਾਂ ਮੌਤ ਵੱਲ ਨੂੰ ਪਿੱਠ ਕਰਕੇ ਭੱਜਦੇ ਰਹਿੰਦੇ ਹਾਂ। ਮੌਤ ਨੂੰ ਦੇਖ ਕਿਵੇਂ ਸਕਾਂਗੇ? ਅਸੀਂ ਤਾਂ ਸਾਰੇ ਮੌਤ ਵੱਲੋਂ ਅੱਖਾਂ ਬੰਦ ਕਰ ਲੈਂਦੇ ਹਾਂ। ਬਾਹਰ ਕੋਈ ਮਰਦਾ ਹੋਵੇ, ਰਾਹ ਤੋਂ ਕਿਸੇ ਦੀ ਲਾਸ਼ ਨਿਕਲਦੀ ਹੋਵੇ ਤਾਂ ਮਾਂ ਆਪਣੇ ਬੇਟੇ ਨੂੰ ਘਰ ਦੇ ਅੰਦਰ ਬੰਦ ਕਰ ਲੈਂਦੀ ਹੈ, ਕਹਿੰਦੀ ਹੈ ਕਿ ਬਾਹਰ ਨਾ ਜਾਈਂ, ਕੋਈ ਮਰ ਗਿਆ ਹੈ। ਮੜੀਆਂ ਇਸੇ ਲਈ ਪਿੰਡ ਦੇ ਬਾਹਰ ਬਣਵਾਉਂਦੇ ਆ ਤਾਂ ਜੋ ਬਾਰ-ਬਾਰ ਦਿਖਾਈ ਨਾ ਪੈਣ, ਮੌਤ ਆਮਣੇ ਸਾਹਮਣੇ ਨਾ ਆ ਜਾਏ। ਜੇ ਕਿਸੇ ਨਾਲ ਮਰਨ ਦੀ ਗੱਲ ਕਰੋ ਤਾਂ ਉਹ ਕਹੇਗਾ ਇਹ ਗੱਲਾਂ ਨਾ ਕਰੋ। ਇੱਕ ਸੰਨਿਆਸੀ ਨਾਲ ਮੈਂ ਕੁਝ ਦਿਨ ਠਹਿਰਿਆ ਹੋਇਆ ਸੀ। ਉਹ ਸੰਨਿਆਸੀ ਰੋਜ਼-ਰੋਜ਼ ਆਤਮਾ ਦੀ ਅਮਰਤਾ ਦੀ ਗੱਲ ਕਰਦੇ ਸਨ। ਮੈਂ ਉਹਨਾਂ ਨੂੰ ਕਿਹਾ, ਕਦੇ ਤੁਸੀਂ ਇਹ ਵੀ ਸੋਚਦੇ ਹੋ ਕਿ ਤੁਹਾਡੇ ਮਰਨ ਦਾ ਦਿਨ ਨੇੜੇ ਆ ਰਿਹਾ ਹੈ? ਉਹਨਾਂ ਨੇ ਕਿਹਾ ਕਿ ਅਜਿਹੀਆਂ ਬਦਸ਼ਗਨੀ ਦੀਆਂ ਗੱਲਾਂ ਨਾ ਕਰੋ, ਇਹ ਗੱਲ ਹੀ ਨਾ ਕਰੋ, ਇਹ ਗੱਲ ਕਰਨੀ ਠੀਕ ਨਹੀਂ ਹੈ। ਮੈਂ ਉਹਨਾਂ ਨੂੰ ਕਿਹਾ, ਜੋ ਬੰਦਾ ਕਹਿੰਦਾ ਹੈ ਕਿ ਆਤਮਾ ਅਮਰ ਹੈ, ਉਹਨੂੰ ਮੌਤ ਦੀ ਗੱਲ 'ਚ ਬਦਸ਼ਗਨੀ ਨਜ਼ਰ ਆਵੇ ਤਾਂ ਬੜੀ ਗੜਬੜ ਹੋ ਗਈ। ਮੌਤ ਦੀ ਗੱਲ ਵਿੱਚ ਤਾਂ ਉਹਨੂੰ ਕੋਈ ਭੈ, ਕੋਈ ਬਦਸ਼ਗਨੀ, ਕੋਈ ਬੁਰਾਈ ਨਹੀਂ ਦਿਖਾਈ ਦੇਣੀ ਚਾਹੀਦੀ, ਕਿਉਂਕਿ ਮੌਤ ਤਾਂ ਉਹਦੇ ਲਈ ਹੈ ਹੀ ਨਹੀਂ। ਉਹਨਾਂ ਨੇ ਕਿਹਾ, ਹਾਂ ਆਤਮਾ ਅਮਰ ਹੈ, ਫਿਰ ਵੀ ਮੈਂ ਮੌਤ ਦੀ ਬਾਬਤ ਕੋਈ ਗੱਲ ਕਰਨ ਦੀ ਇੱਛਾ ਨਹੀਂ ਰੱਖਦਾ। ਹਾਂ, ਅਜਿਹੀਆਂ ਫਜ਼ੂਲ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਅਜਿਹੀ ਖਤਰਨਾਕ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅਸੀਂ ਸਾਰੇ ਵੀ ਇਹੀ ਕਰ ਰਹੇ ਹਾਂ ਤੇ ਮੌਤ ਵੱਲ ਨੂੰ ਪਿੱਠ ਕਰਕੇ ਭੱਜੇ ਹੋਏ ਹਾਂ। ਮੈਂ ਸੁਣਿਆ ਕਿ ਇੱਕ ਪਿੰਡ 'ਚ ਇੱਕ ਬੰਦੇ ਨੂੰ ਬੜਾ ਪਾਗਲਪਨ ਸਵਾਰ ਹੋ ਗਿਆ। ਉਹ ਇੱਕ ਰਾਹ ਤੋਂ ਲੰਘ ਰਿਹਾ ਸੀ, ਸਿਖਰ ਦੁਪਹਿਰਾ ਸੀ, ਇਕੱਲਾ ਰਾਹ ਸੀ, ਸੁੰਨਸਾਨ ਸੀ, ਤੇਜ਼ੀ ਨਾਲ ਚੱਲ ਰਿਹਾ ਸੀ ਕਿ ਨਿਰਜਨ 'ਚ ਕੋਈ ਡਰ ਨਾ ਹੋ ਜਾਏ। ਹਾਲਾਂਕਿ ਡਰ ਉੱਥੇ ਹੋ ਵੀ ਸਕਦਾ ਜਿੱਥੇ ਕੋਈ ਹੋਰ ਹੋਵੇ, ਜਿੱਥੇ ਕੋਈ ਵੀ ਨਹੀਂ ਹੈ ਉੱਥੇ ਡਰ ਦਾ ਕੀ ਉਪਾਅ ਹੋ ਸਕਦਾ ਹੈ? ਪਰ ਅਸੀਂ ਉੱਥੇ ਬਹੁਤ ਡਰਦੇ ਹਾਂ ਜਿੱਥੇ ਕੋਈ ਵੀ ਨਹੀਂ ਹੁੰਦਾ। ਅਸਲ 'ਚ ਅਸੀਂ ਆਪਣੇ ਆਪ ਤੋਂ ਹੀ ਡਰਦੇ ਹਾਂ ਤੇ ਜਦ ਅਸੀਂ ਇਕੱਲੇ ਰਹਿ ਜਾਂਦੇ ਹਾਂ ਤਾਂ ਬਹੁਤ ਡਰ ਲੱਗਣ ਲੱਗਦਾ ਹੈ। ਅਸੀਂ ਆਪਣੇ ਆਪ ਤੋਂ ਜਿੰਨਾ ਡਰਦੇ ਹਾਂ ਉਨਾ ਕਿਸੇ ਤੋਂ ਵੀ ਨਹੀਂ ਡਰਦੇ। ਇਸ ਲਈ ਕੋਈ ਨਾਲ ਹੋਵੇ, ਕੋਈ ਵੀ ਨਾਲ ਹੋਵੇ, ਤਦ ਵੀ ਡਰ ਘੱਟ ਲੱਗਦਾ ਹੈ ਤੇ ਬਿਲਕੁਲ ਇਕੱਲੇ ਰਹਿ ਜਾਈਏ ਤਾਂ ਬਹੁਤ ਡਰ ਲੱਗਣ ਲੱਗ ਜਾਂਦਾ ਹੈ। ਉਹ ਆਦਮੀ ਇਕੱਲਾ ਸੀ ਤੇ ਡਰ ਗਿਆ ਤੇ ਦੌੜਨ ਲੱਗਿਆ ਤੇ ਸੰਨਾਟਾ ਸੀ, ਸੁੰਨਸਾਨ ਸੀ, ਦੁਪਹਿਰ ਸੀ, ਕੋਈ ਵੀ ਨਹੀਂ ਸੀ। ਜਦੋਂ ਤੇਜ਼ੀ ਨਾਲ ਦੌੜਿਆ ਤਾਂ ਉਹਨੂੰ ਆਪਣੇ ਹੀ ਪੈਰਾਂ ਦੀ ਆਵਾਜ਼ ਪਿੱਛੋਂ ਆਉਂਦੀ ਹੋਈ ਮਾਲੂਮ ਪਈ ਤੇ ਉਹ ਡਰਿਆ ਕਿ ਸ਼ਾਇਦ ਕੋਈ ਪਿੱਛੇ ਹੈ। ਫਿਰ ਉਹਨੇ ਡਰੇ ਹੋਏ ਚੋਰ ਅੱਖ ਨਾਲ ਪਿੱਛੇ ਝਾਕ ਕੇ ਦੇਖਿਆ। ਇੱਕ ਲੰਮਾ ਪਰਛਾਵਾਂ ਉਹਦਾ ਪਿੱਛਾ ਕਰ ਰਿਹਾ ਸੀ। ਉਹਦਾ ਆਪਣਾ ਹੀ ਪਰਛਾਵਾਂ ਸੀ, ਪਰ ਇਹ ਦੇਖ ਕੇ ਕਿ ਕੋਈ ਲੰਮਾ ਪਰਛਾਵਾਂ ਪਿੱਛੇ ਲੱਗਿਆ ਹੋਇਆ ਹੈ, ਉਹ ਹੋਰ ਵੀ ਤੇਜ਼ੀ ਨਾਲ ਦੌੜਿਆ। ਫਿਰ ਉਹ ਆਦਮੀ ਕਦੇ ਰੁਕ ਨਹੀਂ ਸਕਿਆ ਮਰਨ ਤੋਂ ਪਹਿਲਾਂ, ਕਿਉਂਕਿ ਉਹ ਜਿੰਨੀ ਤੇਜ਼ੀ ਨਾਲ ਦੌੜਿਆ ਪਰਛਾਵਾਂ ਉਨੀ ਤੇਜ਼ੀ ਨਾਲ ਉਹਦੇ ਪਿੱਛੇ ਦੌੜਿਆ। ਫਿਰ ਉਹ ਆਦਮੀ ਪਾਗਲ ਹੋ ਗਿਆ। ਪਰ ਪਾਗਲਾਂ ਨੂੰ ਪੂਜਣ ਵਾਲੇ ਵੀ ਮਿਲ ਜਾਂਦੇ ਹਨ। ਜਦੋਂ ਪਿੰਡ ਚੋਂ ਦੌੜਦਾ ਹੋਇਆ ਨਿਕਲਦਾ, ਲੋਕ ਦੇਖਦੇ ਕਿ ਦੌੜਿਆ ਜਾ ਰਿਹਾ ਹੈ ਤਾਂ ਲੋਕ ਸਮਝਦੇ ਕਿ ਬੜਾ ਤਪ ਕਰਨ 'ਚ ਲੱਗਿਆ ਹੋਇਆ ਹੈ। ਉਹ ਕਦੇ ਰੁਕਦਾ ਨਹੀਂ ਸੀ, ਉਹ ਸਿਰਫ ਰਾਤ ਦੇ ਹਨੇਰੇ 'ਚ ਰੁਕਦਾ ਸੀ। ਜਦ ਪਰਛਾਵਾਂ ਗੁਆਚ ਜਾਂਦਾ ਸੀ ਤਦ ਉਹ ਸੋਚਦਾ ਸੀ ਕਿ ਹੁਣ ਕੋਈ ਪਿੱਛੇ ਨਹੀਂ ਹੈ। ਸਵੇਰ ਹੋਈ, ਉਹ ਦੌੜਨਾ ਸ਼ੁਰੂ ਕਰ ਦਿੰਦਾ ਸੀ। ਫਿਰ ਤਾਂ ਬਾਅਦ 'ਚ ਉਹਨੇ ਰਾਤ ਨੂੰ ਵੀ ਰੁਕਣਾ ਬੰਦ ਕਰ ਦਿੱਤਾ। ਉਹਨੂੰ ਅਜਿਹਾ ਸਮਝ ਆਇਆ ਕਿ ਜਦ ਤੱਕ ਮੈਂ ਆਰਾਮ ਕਰਦਾ ਮਾਲੂਮ ਹੁੰਦਾ ਹੈ, ਜਿੰਨੀ ਦੂਰ ਭੱਜ ਕੇ ਦਿਨ ਭਰ 'ਚ ਮੈਂ ਦੂਰ ਨਿਕਲਦਾ ਉਨੀ ਦੇਰ 'ਚ ਪਰਛਾਵਾਂ ਫਿਰ ਵਾਪਸ ਆ ਜਾਂਦਾ ਹੈ। ਸਵੇਰੇ ਫਿਰ ਮੇਰੇ ਪਿੱਛੇ ਲੱਗ ਜਾਂਦਾ ਹੈ। ਤਦ ਉਹਨੇ ਰਾਤ ਨੂੰ ਵੀ ਰੁਕਣਾ ਬੰਦ ਕਰ ਦਿੱਤਾ। ਫਿਰ ਉਹ ਪੂਰਾ ਪਾਗਲ ਹੋ ਗਿਆ। ਫਿਰ ਉਹ ਖਾਂਦਾ ਵੀ ਨਹੀਂ, ਪੀਂਦਾ ਵੀ ਨਹੀਂ। ਦੌੜਦੇ ਹੋਏ ਲੱਖਾਂ ਦੀ ਭੀੜ ਉਹਨੂੰ ਦੇਖਦੀ, ਫੁੱਲ ਸੁੱਟਦੀ। ਕੋਈ ਰਾਹ ਤੁਰਦਿਆਂ ਉਹਦੇ ਹੱਥ 'ਚ ਰੋਟੀ ਫੜਾ ਦਿੰਦਾ, ਕੋਈ ਪਾਣੀ ਫੜਾ ਦਿੰਦਾ। ਉਹਦੀ ਪੂਜਾ ਵੱਧਦੀ ਚਲੀ ਗਈ। ਲੱਖਾਂ ਲੋਕ ਉਹਦਾ ਆਦਰ ਕਰਨ ਲੱਗੇ। ਪਰ ਉਹ ਆਦਮੀ ਪਾਗਲ ਹੁੰਦਾ ਚਲਾ ਗਿਆ। ਆਖਿਰਕਾਰ ਉਹ ਆਦਮੀ ਇੱਕ ਦਿਨ ਡਿੱਗਿਆ ਤੇ ਮਰ ਗਿਆ। ਪਿੰਡ ਦੇ ਲੋਕਾਂ ਨੇ ਜਿਸ ਪਿੰਡ 'ਚੋਂ ਮਰਿਆ ਸੀ ਉਹਦੀ ਕਬਰ ਬਣਾ ਦਿੱਤੀ, ਇੱਕ ਬਿਰਛ ਦੇ ਹੇਠਾਂ ਛਾਂ ਵਿੱਚ। ਤੇ ਉਸ ਪਿੰਡ ਦੇ ਇੱਕ ਬੁੱਢੇ ਫਕੀਰ ਤੋਂ ਉਹਨਾਂ ਨੇ ਪੁੱਛਿਆ ਕਿ ਅਸੀਂ ਇਹਦੀ ਕਬਰ ਤੇ ਕੀ ਲਿਖੀਏ, ਤਾਂ ਉਸ ਫਕੀਰ ਨੇ ਇੱਕ ਲਾਈਨ ਉਹਦੀ ਕਬਰ ਤੇ ਲਿਖ ਦਿੱਤੀ। ਕਿਸੇ ਪਿੰਡ ਵਿੱਚ ਕਿਸੇ ਥਾਂ ਉਹ ਕਬਰ ਹੁਣ ਵੀ ਹੈ। ਹੋ ਸਕਦਾ ਕਦੇ ਤੁਹਾਡਾ ਉਸ ਥਾਂ ਤੋਂ ਲੰਘਣਾ ਹੋਵੇ ਤਾਂ ਪੜ੍ਹ ਲੈਣਾ। ਉਸ ਕਬਰ ਤੇ ਉਸ ਫਕੀਰ ਨੇ ਲਿਖ ਦਿੱਤਾ, ਇੱਥੇ ਇੱਕ ਅਜਿਹਾ ਆਦਮੀ ਸੁੱਤਾ ਹੈ ਜੋ ਜ਼ਿੰਦਗੀ ਭਰ ਆਪਣੇ ਪਰਛਾਵੇਂ ਤੋਂ ਭੱਜਦਾ ਰਿਹਾ ਹੈ, ਜਿਸ ਨੇ ਜ਼ਿੰਦਗੀ ਪਰਛਾਵੇਂ ਤੋਂ ਭੱਜਣ 'ਚ ਗੁਆ ਦਿੱਤੀ। ਤੇ ਉਸ ਆਦਮੀ ਨੂੰ ਇੰਨਾ ਵੀ ਪਤਾ ਨਹੀਂ ਸੀ ਜਿੰਨਾ ਉਹਦੀ ਕਬਰ ਨੂੰ ਪਤਾ ਹੈ,
क्योंकि कबर ਛਾਂ ਵਿੱਚ ਹੈ ਤੇ ਭੱਜਦੀ ਨਹੀਂ। ਇਸ ਲਈ ਕਬਰ ਦਾ ਕੋਈ ਪਰਛਾਵਾਂ ਹੀ ਨਹੀਂ ਬਣਦਾ। ਇਹਦੇ ਅੰਦਰ ਜੋ ਸੁੱਤਾ ਹੈ ਉਹਨੂੰ ਇੰਨਾ ਵੀ ਪਤਾ ਨਹੀਂ ਸੀ ਜਿੰਨਾ ਉਹਦੀ ਕਬਰ ਨੂੰ ਪਤਾ ਹੈ। ਅਸੀਂ ਵੀ ਭੱਜਦੇ ਹਾਂ। ਸਾਨੂੰ ਹੈਰਾਨੀ ਹੋਏਗੀ ਕਿ ਕੋਈ ਆਦਮੀ ਪਰਛਾਵੇਂ ਤੋਂ ਭੱਜਦਾ ਸੀ। ਅਸੀਂ ਸਾਰੇ ਹੀ ਪਰਛਾਵਿਆਂ ਤੋਂ ਭੱਜਦੇ ਰਹਿੰਦੇ ਹਾਂ ਤੇ ਜਿਸ ਤੋਂ ਅਸੀਂ ਭੱਜਦੇ ਹਾਂ ਉਹੀ ਸਾਡੇ ਪਿੱਛੇ ਪੈ ਜਾਂਦਾ ਹੈ। ਜਿੰਨੀ ਤੇਜ਼ੀ ਨਾਲ ਅਸੀਂ ਭੱਜਦੇ ਹਾਂ ਉਹਦੀ ਦੌੜ ਵੀ ਉਨੀ ਤੇਜ਼ ਹੋ ਜਾਂਦੀ ਹੈ ਕਿਉਂਕਿ ਉਹ ਸਾਡਾ ਹੀ ਪਰਛਾਵਾਂ ਹੈ। ਮੌਤ ਸਾਡਾ ਹੀ ਪਰਛਾਵਾਂ ਹੈ ਤੇ ਜੇਕਰ ਅਸੀਂ ਉਸ ਤੋਂ ਭੱਜਦੇ ਰਹੇ ਤਾਂ ਅਸੀਂ ਉਹਦੇ ਸਾਹਮਣੇ ਕਦੇ ਖੜੇ ਹੋ ਕੇ ਪਛਾਣ ਨਹੀਂ ਸਕਾਂਗੇ ਕਿ ਉਹ ਕੀ ਹੈ। ਕਾਸ਼ ਉਹ ਆਦਮੀ ਰੁਕ ਜਾਂਦਾ ਤੇ ਪਿੱਛੇ ਮੁੜ ਕੇ ਵੇਖ ਲੈਂਦਾ ਤਾਂ ਸ਼ਾਇਦ ਆਪਣੇ ਉੱਤੇ ਹੱਸਦਾ ਤੇ ਕਹਿੰਦਾ ਕਿਹੋ ਜਿਹਾ ਪਾਗਲ ਹਾਂ, ਪਰਛਾਵੇਂ ਤੋਂ ਭੱਜਦਾ ਹਾਂ। ਹੁਣ ਪਰਛਾਵੇਂ ਤੋਂ ਕੋਈ ਭੱਜੇ ਤਾਂ ਕਦੇ ਵੀ ਭੱਜ ਨਹੀਂ ਸਕਦਾ ਤੇ ਕੋਈ ਪਰਛਾਵੇਂ ਨਾਲ ਲੜੇ ਤਾਂ ਕਦੇ ਵੀ ਜਿੱਤ ਨਹੀਂ ਸਕਦਾ। ਇਹਦਾ ਇਹ ਮਤਲਬ ਨਹੀਂ ਕਿ ਪਰਛਾਵਾਂ ਬਹੁਤ ਤਾਕਤਵਰ ਹੈ, ਉਸ ਤੋਂ ਅਸੀਂ ਜਿੱਤ ਨਹੀਂ ਸਕਦੇ। ਇਹਦਾ ਸਿਰਫ ਇੰਨਾ ਹੀ ਮਤਲਬ ਹੈ ਕਿ ਪਰਛਾਵਾਂ ਹੈ ਹੀ ਨਹੀਂ, ਉਸ ਤੋਂ ਜਿੱਤਣ ਦੀ ਕੋਈ ਗੱਲ ਹੀ ਨਹੀਂ ਉੱਠਦੀ। ਜੋ ਨਹੀਂ ਹੈ ਉਸ ਤੋਂ ਜਿੱਤਿਆ ਨਹੀਂ ਜਾ ਸਕਦਾ। ਇਸੇ ਲਈ ਲੋਕ ਮੌਤ ਤੋਂ ਹਾਰਦੇ ਚਲੇ ਜਾਂਦੇ ਹਨ ਕਿਉਂਕਿ ਮੌਤ ਸਿਰਫ ਜ਼ਿੰਦਗੀ ਦਾ ਪਰਛਾਵਾਂ ਹੈ। ਜਦ ਜ਼ਿੰਦਗੀ ਚੱਲਦੀ ਹੈ ਤਾਂ ਪਰਛਾਵਾਂ ਵੀ ਚੱਲਦਾ ਉਹਦੇ ਪਿੱਛੇ। ਉਹ ਜ਼ਿੰਦਗੀ ਦੇ ਪਿੱਛੇ ਬਣਨ ਵਾਲੀ ਸ਼ੈਡੋ ਹੈ ਤੇ ਅਸੀਂ ਕਦੇ ਮੁੜ ਕੇ ਨਹੀਂ ਦੇਖਣਾ ਚਾਹੁੰਦੇ ਕਿ ਉਹ ਕੀ ਹੈ। ਤਾਂ ਅਸੀਂ ਕਈ ਵਾਰ ਦੌੜ ਦੌੜ ਕੇ ਥੱਕ ਕੇ ਡਿੱਗ ਚੁੱਕੇ ਹਾਂ। ਬਹੁਤ ਵਾਰ ਇਸ ਤੱਟ ਤੇ ਤੁਸੀਂ ਪਹਿਲੀ ਹੀ ਵਾਰ ਆਏ ਹੋਵੋਗੇ, ਅਜਿਹਾ ਨਹੀਂ ਹੈ, ਹੋਰ ਬਹੁਤ ਵਾਰ ਵੀ ਆ ਚੁੱਕੇ ਹੋਗੇ। ਇਹ ਤੱਟ ਨਹੀਂ ਰਿਹਾ ਹੋਏਗਾ, ਕੋਈ ਹੋਰ ਤੱਟ ਰਿਹਾ ਹੋਏਗਾ। ਇਹ ਸਰੀਰ ਨਹੀਂ ਰਿਹਾ ਹੋਏਗਾ, ਕੋਈ ਹੋਰ ਸਰੀਰ ਰਿਹਾ ਹੋਏਗਾ, ਪਰ ਦੌੜ ਇਹੀ ਰਹੀ ਹੋਏਗੀ, ਪੈਰ ਇਹੀ ਰਹੇ ਹੋਣਗੇ, ਨੱਸਣਾ ਇਹੀ ਰਿਹਾ ਹੋਏਗਾ। ਉਹੀ ਮੌਤ ਤੋਂ ਡਰਦੇ ਹੋਏ ਅਸੀਂ ਅਨੇਕਾਂ ਜ਼ਿੰਦਗੀਆਂ ਜੀ ਲੈਂਦੇ ਹਾਂ ਤੇ ਫਿਰ ਵੀ ਪਛਾਣ ਨਹੀਂ ਪਾਉਂਦੇ, ਦੇਖ ਨਹੀਂ ਪਾਉਂਦੇ ਤੇ ਅਸੀਂ ਇੰਨੇ ਭੈਮਾਨ ਤੇ ਇੰਨੇ ਡਰੇ ਹੋਏ ਲੋਕ ਹਾਂ। ਜਦ ਮੌਤ ਸਾਹਮਣੇ ਆਉਂਦੀ ਹੈ, ਜਦੋਂ ਪੂਰਾ ਪਰਛਾਵਾਂ ਸਾਨੂੰ ਘੇਰਦਾ ਹੈ, ਤਦ ਅਸੀਂ ਡਰ ਦੇ ਕਾਰਨ ਬੇਹੋਸ਼ ਹੋ ਜਾਂਦੇ ਹਾਂ। ਕੋਈ ਵੀ ਬੰਦਾ ਆਮ ਤੌਰ ਤੇ ਮਰਦੇ ਛਿਣ ਹੋਸ਼ 'ਚ ਨਹੀਂ ਰਹਿੰਦਾ। ਜੇਕਰ ਹੋਸ਼ 'ਚ ਇੱਕ ਵਾਰ ਰਹਿ ਜਾਏ ਤਾਂ ਫਿਰ ਮੌਤ ਦਾ ਭੈ ਉਹਦੇ ਲਈ ਹਮੇਸ਼ਾ ਲਈ ਲੋਪ ਹੋ ਜਾਏ। ਜੇਕਰ ਉਹ ਇੱਕ ਵਾਰ ਦੇਖ ਲਵੇ ਕਿ ਮਰਨਾ ਯਾਨੀ ਕਿ ਮਰਨ 'ਚ ਹੁੰਦਾ ਕੀ ਹੈ ਤਾਂ ਫਿਰ ਦੁਬਾਰਾ ਉਹਨੂੰ ਮੌਤ ਦਾ ਭੈ ਨਾ ਰਹੇ, ਕਿਉਂਕਿ ਮੌਤ ਹੀ ਨਾ ਰਹੇ। ਤੇ ਅਜਿਹਾ ਨਹੀਂ ਕਿ ਉਹ ਮੌਤ ਉੱਤੇ ਜਿੱਤ ਹਾਸਲ ਕਰ ਲਏ। ਜਿੱਤ ਤਾਂ ਅਸੀਂ ਉਸ ਉੱਤੇ ਪਾਉਂਦੇ ਹੀ ਹਾਂ ਜੋ ਹੋਵੇ। ਸਿਰਫ ਜਾਣਨ ਨਾਲ ਹੀ ਮੌਤ ਮਿਟ ਜਾਂਦੀ ਹੈ, ਜਿੱਤਣ ਨੂੰ ਕੁਝ ਬਾਕੀ ਨਹੀਂ ਰਹਿ ਜਾਂਦਾ। ਪਰ ਅਸੀਂ ਵੀ ਬਹੁਤ ਵਾਰ ਮਰੇ ਹਾਂ। ਜਦ ਵੀ ਮਰੇ ਹਾਂ ਤਦ ਬੇਹੋਸ਼ ਹੋ ਗਏ ਹਾਂ। ਜਿਵੇਂ ਕਿ ਡਾਕਟਰ ਜਾਂ ਸਰਜਨ ਆਪਰੇਸ਼ਨ ਕਰਦਾ ਹੈ ਤਾਂ ਆਪਰੇਸ਼ਨ ਤੋਂ ਪਹਿਲਾਂ ਬੇਹੋਸ਼ੀ ਦੀ ਦਵਾਈ ਦੇ ਦਿੰਦਾ ਹੈ ਤਾਂ ਜੋ ਤੁਹਾਨੂੰ ਪਤਾ ਨਾ ਲੱਗੇ ਕਿ ਤਕਲੀਫ ਹੋ ਰਹੀ ਹੈ, ਪੀੜ ਹੋ ਰਹੀ ਹੈ। ਮਰਨ ਤੋਂ ਅਸੀਂ ਇੰਨਾ ਡਰੇ ਹੋਏ ਲੋਕ ਹਾਂ ਕਿ ਮਰਦੇ ਸਮੇਂ ਅਸੀਂ ਸਵੈ ਇੱਛਾ ਨਾਲ ਹੀ ਬੇਹੋਸ਼ ਹੋ ਜਾਂਦੇ ਹਾਂ। ਮਰਨ ਤੋਂ ਥੋੜੀ ਦੇਰ ਪਹਿਲਾਂ ਹੀ ਬੇਹੋਸ਼ ਹੋ ਜਾਂਦੇ ਹਾਂ, ਬੇਹੋਸ਼ੀ ਵਿੱਚ ਹੀ ਮਰਦੇ ਹਾਂ। ਫਿਰ ਬੇਹੋਸ਼ੀ 'ਚ ਹੀ ਨਵਾਂ ਜਨਮ ਹੋ ਜਾਂਦਾ ਹੈ। ਨਾ ਅਸੀਂ ਮੌਤ ਨੂੰ ਦੇਖ ਪਾਉਂਦੇ ਹਾਂ, ਨਾ ਜਨਮ ਨੂੰ ਵੇਖ ਪਾਉਂਦੇ ਹਾਂ ਤੇ ਇਸ ਲਈ ਅਸੀਂ ਕਦੀ ਵੀ ਨਹੀਂ ਸਮਝ ਪਾਉਂਦੇ ਕਿ ਜੀਵਨ ਅਮਿੱਟ ਹੈ। ਮੌਤ ਤੇ ਜਨਮ ਦੇ ਦਰਮਿਆਨ ਆਏ ਹੋਏ ਪੜਾਅ ਤੋਂ ਵੱਧ ਨਹੀਂ ਹੈ ਜਿੱਥੇ ਅਸੀਂ ਕੱਪੜੇ ਬਦਲ ਲੈਂਦੇ ਹਾਂ ਜਾਂ ਘੋੜੇ ਬਦਲ ਲੈਂਦੇ ਹਾਂ। ਪੁਰਾਣੇ ਜ਼ਮਾਨੇ 'ਚ ਰੇਲ ਗੱਡੀਆਂ ਨਹੀਂ ਸਨ, ਲੋਕ ਘੋੜਿਆਂ ਦੀਆਂ ਗੱਡੀਆਂ 'ਚ ਸਫ਼ਰ ਕਰਦੇ ਸਨ। ਤਾਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦੇ ਸਨ, ਫਿਰ ਉੱਥੇ ਘੋੜੇ ਬਦਲ ਲੈਂਦੇ ਸਨ ਕਿਉਂਕਿ ਘੋੜੇ ਥੱਕ ਜਾਂਦੇ ਸਨ। ਘੋੜੇ ਬਦਲ ਕੇ ਵਾਪਸ ਕਰ ਦਿੰਦੇ, ਦੂਜੇ ਘੋੜੇ ਉਸ ਸਰਾਂ ਤੋਂ ਲੈ ਲੈਂਦੇ ਸਨ, ਫਿਰ ਅਗਲੇ ਪਿੰਡ ਵਿੱਚ ਘੋੜੇ ਬਦਲ ਲੈਂਦੇ ਸਨ। ਪਰ ਉਹਨਾਂ ਘੋੜੇ ਬਦਲਣ ਵਾਲਿਆਂ ਨੂੰ ਅਜਿਹਾ ਨਹੀਂ ਲੱਗਦਾ ਸੀ ਕਿ ਅਸੀਂ ਮਰ ਗਏ, ਸਾਡਾ ਫੇਰ ਜਨਮ ਹੋਇਆ ਹੈ, ਕਿਉਂਕਿ ਉਹ ਹੋਸ਼ ਵਿੱਚ ਬਦਲਦੇ ਸਨ। ਪਰ ਕਦੇ ਕਦੇ ਅਜਿਹਾ ਵੀ ਹੁੰਦਾ ਸੀ ਕਿ ਕੋਈ ਘੋੜੇ ਵਾਲਾ ਸ਼ਰਾਬ ਪੀ ਕੇ ਯਾਤਰਾ ਕਰਦਾ ਸੀ ਤਾਂ ਜਦ ਘੋੜੇ ਤਾਂ ਬਦਲੇ ਜਾਂਦੇ ਸਨ, ਜਿਵੇਂ ਹੀ ਘੋੜਾ ਬਦਲਦਾ ਸੀ, ਜਦੋਂ ਫਿਰ ਗੌਰ ਨਾਲ ਦੇਖਦਾ ਸੀ ਤਾਂ ਕਹਿੰਦਾ ਸੀ ਕਿ ਓਏ ਇਹ ਸਭ ਬਦਲ ਗਿਆ, ਇਹ ਸਭ ਦੂਸਰਾ ਹੋ ਗਿਆ। ਮੈਂ ਸੁਣਿਆ ਕਿ ਕਦੇ ਕੋਈ ਸ਼ਰਾਬ ਪੀਣ ਵਾਲੇ ਘੋੜਸਵਾਰ ਨੇ ਇਹ ਵੀ ਕਿਹਾ ਸੀ ਕਿ ਕਿਤੇ ਮੈਂ ਵੀ ਤਾਂ ਨਹੀਂ ਬਦਲ ਗਿਆ। ਇਹ ਉਹ ਘੋੜਾ ਨਹੀਂ ਹੈ, ਇਹ ਉਹ ਘੋੜਾ ਨਹੀਂ ਮਾਲੂਮ ਹੁੰਦਾ ਜਿਸ ਉੱਪਰ ਮੈਂ ਸੀ ਤਾਂ ਮੈਂ ਕਿਤੇ ਦੂਜਾ ਆਦਮੀ ਤਾਂ ਨਹੀਂ ਹੋ ਗਿਆ। ਜਨਮ ਤੇ ਮੌਤ ਸਿਰਫ ਵਾਹਨ ਬਦਲਣ ਦੀ ਥਾਂ ਹਨ। ਜਿੱਥੇ ਪੁਰਾਣਾ ਵਾਹਨ ਛੱਡ ਦਿੱਤਾ ਜਾਂਦਾ ਹੈ, ਥੱਕੇ ਘੋੜੇ ਛੱਡ ਦਿੱਤੇ ਜਾਂਦੇ ਹੈ ਤੇ ਤਾਜ਼ੇ ਘੋੜੇ ਲੈ ਲਏ ਜਾਂਦੇ ਹੈ। ਪਰ ਇਹ ਦੋਵੇਂ ਕਰਮ ਸਾਡੀ ਬੇਹੋਸ਼ੀ 'ਚ ਹੋ ਜਾਂਦੇ ਹਨ
ਤੇ ਜਿਸ ਦਾ ਜਨਮ ਤੇ ਮੌਤ ਬੇਹੋਸ਼ੀ ਵਿੱਚ ਹੈ, ਉਹਦੀ ਜ਼ਿੰਦਗੀ ਵੀ ਹੋਸ਼ 'ਚ ਨਹੀਂ ਹੋ ਸਕਦੀ। ਉਹਦੀ ਜ਼ਿੰਦਗੀ ਤਾਂ ਲਗਭਗ ਅੱਧ ਬੇਹੋਸ਼ੀ ਵਿੱਚ, ਅੱਧ ਮੂਰਛਿਤ ਰਹਿ ਜਾਂਦੀ ਹੈ। ਤਾਂ ਮੈਂ ਕੀ ਕਹਿਣਾ ਚਾਹੁੰਦਾ? ਮੈਂ ਇਹ ਕਹਿਣਾ ਚਾਹੁੰਦਾ ਕਿ ਮੌਤ ਨੂੰ ਦੇਖਣਾ ਜ਼ਰੂਰੀ ਹੈ, ਜਾਣਨਾ ਜ਼ਰੂਰੀ ਹੈ, ਉਹਨੂੰ ਪਛਾਣਨਾ ਜ਼ਰੂਰੀ ਹੈ। ਪਰ ਇਹ ਤਾਂ ਜਦ ਮਰਾਂਗੇ ਤਦ ਹੋ ਸਕਦਾ। ਮੈਂ ਜਦ ਮਰਾਂਗਾ ਤਦ ਦੇਖ ਸਕਾਂਗਾ। ਪਰ ਹੁਣੇ ਕੀ ਉਪਾਅ ਹੈ? ਤੇ ਜਦ ਕੋਈ ਮਰੇਗਾ ਤਦ ਜੇਕਰ ਦੇਖ ਸਕੇਗਾ ਤਾਂ ਫਿਰ ਸਮਝਣਾ ਕਿ ਉਪਾਅ ਹੀ ਨਹੀਂ ਹੈ, ਕਿਉਂਕਿ ਉਹ ਬੇਹੋਸ਼ ਹੋ ਜਾਏਗਾ ਮਰਦੇ ਸਮੇਂ। ਹਾਂ, ਅਜੇ ਇੱਕ ਉਪਾਅ ਹੈ। ਅਜੇ ਅਸੀਂ ਸਵੈ ਇੱਛਾ ਨਾਲ ਮੌਤ ਵਿੱਚ ਪ੍ਰਵੇਸ਼ ਦਾ ਪ੍ਰਯੋਗ ਕਰ ਸਕਦੇ ਹਾਂ। ਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਧਿਆਨ ਜਾਂ ਸਮਾਧੀ ਹੋਰ ਕੁਝ ਵੀ ਨਹੀਂ ਹੈ। ਧਿਆਨ ਤੇ ਸਮਾਧੀ ਸਵੈ ਇੱਛਾ ਨਾਲ ਮੌਤ ਦੇ ਅਨੁਭਵ 'ਚ ਪ੍ਰਵੇਸ਼ ਹੈ, ਜੋ ਸਰੀਰ ਦੇ ਛੁੱਟਣ ਤੇ ਇੱਕ ਦਿਨ ਆਪਣੇ ਆਪ ਵਾਪਰੇਗੀ ਘਟਨਾ। ਉਹ ਅਸੀਂ ਹੁਣੇ ਹੀ ਆਪਣੀ ਸਵੈ ਇੱਛਾ ਨਾਲ ਸਰੀਰ ਨੂੰ ਅੰਦਰ ਛੱਡ ਕੇ ਹਟ ਜਾ ਸਕਦੇ ਹਾਂ ਤੇ ਜਾਣ ਸਕਦੇ ਹਾਂ ਕਿ ਮੌਤ ਹੋ ਗਈ, ਮੌਤ ਲੰਘ ਗਈ। ਅਸੀਂ ਮੌਤ ਦਾ ਅੱਜ ਵੀ, ਇਸ ਰਾਤ ਵੀ ਸਾਖਿਆਤਕਾਰ ਕਰ ਸਕਦੇ ਹਾਂ, ਕਿਉਂਕਿ ਮੌਤ ਦੀ ਘਟਨਾ ਦਾ ਕੁੱਲ ਇੰਨਾ ਮਤਲਬ ਹੈ ਕਿ ਸਾਡਾ ਸਰੀਰ ਤੇ ਸਾਡੀ ਆਤਮਾ ਉਸ ਇੱਕ ਯਾਤਰਾ ਦੇ ਭੇਦ ਨੂੰ ਅਨੁਭਵ ਕਰ ਲਏ, ਜਿੱਥੇ ਬੈਲ ਗੱਡੀ ਛੁੱਟ ਜਾਂਦੀ ਹੈ ਤੇ ਯਾਤਰੀ ਅੱਗੇ ਨਿਕਲ ਜਾਂਦਾ ਹੈ। ਮੈਂ ਸੁਣਿਆ ਕਿ ਸ਼ੇਖ ਫਰੀਦ ਦੇ ਕੋਲ ਕਦੇ ਇੱਕ ਆਦਮੀ ਗਿਆ ਤੇ ਉਸ ਆਦਮੀ ਨੇ ਪੁੱਛਿਆ ਕਿ ਸੁਣਦੇ ਹਾਂ ਅਸੀਂ ਕਿ ਜਦ ਮਨਸੂਰ ਦੇ ਹੱਥ ਕੱਟੇ ਗਏ, ਪੈਰ ਕੱਟੇ ਗਏ, ਤਾਂ ਮਨਸੂਰ ਨੂੰ ਕੋਈ ਤਕਲੀਫ ਨਹੀਂ ਹੋਈ। ਪਰ ਵਿਸ਼ਵਾਸ ਨਹੀਂ ਆਉਂਦਾ। ਪੈਰ 'ਚ ਕੰਡਾ ਚੁੱਭ ਜਾਂਦਾ, ਤਕਲੀਫ ਹੁੰਦੀ ਹੈ। ਹੱਥ ਪੈਰ ਕੱਟਣ ਨਾਲ ਤਕਲੀਫ ਨਾ ਹੋਈ ਹੋਏਗੀ। ਇਹ ਸਭ ਕਲਪਿਤ ਕਹਾਣੀਆਂ ਜਾਪਦੀਆਂ ਹਨ। ਤੇ ਉਸ ਆਦਮੀ ਨੇ ਕਿਹਾ, ਇਹ ਵੀ ਅਸੀਂ ਸੁਣਦੇ ਹਾਂ ਕਿ ਜਦ ਜੀਸਸ ਨੂੰ ਸੂਲੀ ਤੇ ਲਮਕਾਇਆ ਗਿਆ ਤਾਂ ਉਹ ਜ਼ਰਾ ਵੀ ਦੁਖੀ ਨਾ ਹੋਏ। ਤੇ ਜਦ ਉਹਨਾਂ ਨੂੰ ਕਿਹਾ ਗਿਆ ਕਿ ਅੰਤਿਮ ਕੁਝ ਪ੍ਰਾਰਥਨਾ ਕਰਨੀ ਹੋਵੇ ਤਾਂ ਕਰ ਸਕਦੇ ਹੋ, ਤਾਂ ਸੂਲੀ ਤੇ ਲਮਕੇ ਹੋਏ ਕੰਡਿਆਂ ਦੇ ਨਾਲ ਛੇਕੇ ਹੋਏ, ਹੱਥਾਂ ਵਿੱਚ ਕਿੱਲਾਂ ਨਾਲ ਵਿੰਨੇ ਹੋਏ, ਲਹੂ ਵਗਦੇ ਹੋਏ ਉਸ ਨੰਗੇ ਜੀਸਸ ਨੇ ਅੰਤਮ ਛਿਨ 'ਚ ਜੋ ਕਿਹਾ, ਉਹ ਵਿਸ਼ਵਾਸ ਦੇ ਯੋਗ ਨਹੀਂ ਹੈ। ਉਸ ਆਦਮੀ ਨੇ ਕਿਹਾ, ਜੀਸਸ ਨੇ ਇਹ ਕਿਹਾ ਕਿ ਮਾਫ਼ ਕਰ ਦੇਣਾ ਉਹਨਾਂ ਲੋਕਾਂ ਨੂੰ, ਕਿਉਂਕਿ ਇਹ ਨਹੀਂ ਜਾਣਦੇ ਕਿ ਕੀ ਕਰ ਰਹੇ ਹਨ। ਇਹ ਵਾਕ ਤੁਸੀਂ ਵੀ ਸੁਣਿਆ ਹੋਵੇਗਾ ਤੇ ਸਾਰੀ ਦੁਨੀਆ 'ਚ ਜੀਸਸ ਨੂੰ ਮੰਨਣ ਵਾਲੇ ਲੋਕ ਲਗਾਤਾਰ ਇਹਨੂੰ ਦੁਹਰਾਉਂਦੇ ਹਨ। ਇਹ ਵਾਕ ਬੜਾ ਸਰਲ ਹੈ। ਜੀਸਸ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਮਾਫ਼ ਕਰ ਦੇਣਾ ਪਰਮਾਤਮਾ, ਕਿਉਂਕਿ ਇਹ ਨਹੀਂ ਜਾਣਦੇ ਕਿ ਕੀ ਕਰ ਰਹੇ ਹਨ। ਆਮ ਤੌਰ ਤੇ ਇਸ ਵਾਕ ਨੂੰ ਪੜ੍ਹਨ ਵਾਲੇ ਅਜਿਹਾ ਸਮਝਦੇ ਹਨ ਕਿ ਜੀਸਸ ਨੇ ਇਹ ਕਿਹਾ ਹੈ ਕਿ ਇਹ ਵਿਚਾਰੇ ਨਹੀਂ ਜਾਣਦੇ ਕਿ ਮੈਨੂੰ ਚੰਗੇ ਆਦਮੀ ਨੂੰ ਮਾਰ ਰਹੇ ਹਨ, ਇਹਨਾਂ ਨੂੰ ਪਤਾ ਨਹੀਂ ਹੈ। ਨਹੀਂ, ਇਹ ਮਤਲਬ ਜੀਸਸ ਦਾ ਨਹੀਂ ਸੀ। ਜੀਸਸ ਦਾ ਮਤਲਬ ਇਹ ਸੀ ਕਿ ਇਹਨਾਂ ਪਾਗਲਾਂ ਨੂੰ ਇਹ ਪਤਾ ਨਹੀਂ ਕਿ ਜਿਹਨੂੰ ਇਹ ਮਾਰ ਰਹੇ ਹੈ ਉਹ ਮਰ ਹੀ ਨਹੀਂ ਸਕਦਾ। ਇਹਨਾਂ ਨੂੰ ਮਾਫ਼ ਕਰ ਦੇਣਾ, ਕਿਉਂਕਿ ਇਹਨਾਂ ਨੂੰ ਪਤਾ ਨਹੀਂ ਹੈ ਕਿ ਕੀ ਕਰ ਰਹੇ ਹਨ। ਇੱਕ ਅਜਿਹਾ ਕੰਮ ਕਰ ਰਹੇ ਹਨ ਜੋ ਅਸੰਭਵ ਹੈ। ਇਹ ਮਾਰਨ ਦਾ ਕੰਮ ਕਰ ਰਹੇ ਹਨ ਜੋ ਅਸੰਭਵ ਹੈ। ਉਸ ਆਦਮੀ ਨੇ ਕਿਹਾ ਕਿ ਵਿਸ਼ਵਾਸ ਨਹੀਂ ਆਉਂਦਾ ਕਿ ਕੋਈ ਮਾਰਿਆ ਜਾਂਦਾ ਹੋਇਆ ਆਦਮੀ ਇੰਨੀ ਕਰੁਣਾ ਦਿਖਾ ਸਕਦਾ ਹੋਵੇ। ਉਸ ਸਮੇਂ ਤਾਂ ਕ੍ਰੋਧ ਨਾਲ ਭਰ ਜਾਏਗਾ। ਫਰੀਦ ਬੜਾ ਹੱਸਣ ਲੱਗਿਆ ਤੇ ਉਹਨੇ ਕਿਹਾ ਕਿ ਤੂੰ ਚੰਗਾ ਸਵਾਲ ਕੀਤਾ ਹੈ, ਪਰ ਸਵਾਲ ਦਾ ਜਵਾਬ ਮੈਂ ਬਾਅਦ 'ਚ ਦੇਵਾਂਗਾ। ਇੱਕ ਛੋਟਾ ਜਿਹਾ ਮੇਰਾ ਕੰਮ ਕਰ ਲਿਆ। ਕੋਲ ਪਿਆ ਹੋਇਆ ਇੱਕ ਨਾਰੀਅਲ ਚੁੱਕ ਕੇ ਦੇ ਦਿੱਤਾ ਉਸ ਆਦਮੀ ਨੂੰ ਤੇ ਕਿਹਾ ਕਿ ਇਹਨੂੰ ਤੋੜ ਕੇ ਲੈ ਆ, ਪਰ ਧਿਆਨ ਰਹੇ ਇਹਦੀ ਗਿਰੀ ਨੂੰ ਪੂਰਾ ਬਚਾ ਲਿਆਉਣਾ ਹੈ, ਗਿਰੀ ਟੁੱਟ ਨਾ ਜਾਏ। ਪਰ ਉਹ ਨਾਰੀਅਲ ਸੀ ਕੱਚਾ। ਉਸ ਆਦਮੀ ਨੇ ਕਿਹਾ, ਮਾਫ਼ ਕਰੋ, ਇਹ ਕੰਮ ਮੈਥੋਂ ਨਹੀਂ ਹੋ ਸਕੇਗਾ। ਨਾਰੀਅਲ ਬਿਲਕੁਲ ਕੱਚਾ ਹੈ ਤੇ ਜੇਕਰ ਮੈਂ ਇਹਦਾ ਖੋਖਾ ਤੋੜਿਆ ਤਾਂ ਗਿਰੀ ਵੀ ਟੁੱਟ ਜਾਏਗੀ। ਤਾਂ ਉਸ ਫਕੀਰ ਨੇ ਕਿਹਾ, ਇਹਨੂੰ ਰੱਖ ਦੇ। ਦੂਜਾ ਨਾਰੀਅਲ ਉਹਨੇ ਦਿੱਤਾ ਜੋ ਸੁੱਕਾ ਸੀ ਤੇ ਕਿਹਾ ਕਿ ਹੁਣ ਇਹਨੂੰ ਤੋੜ ਲਿਆ, ਇਹਦੀ ਗਿਰੀ ਤਾਂ ਤੂੰ ਬਚਾ ਸਕੇਗਾ। ਉਸ ਆਦਮੀ ਨੇ ਕਿਹਾ, ਇਹਦੀ ਗਿਰੀ ਬਚ ਸਕਦੀ ਹੈ। ਤਾਂ ਉਸ ਫਕੀਰ ਨੇ ਕਿਹਾ ਕਿ ਮੈਂ ਤੈਨੂੰ ਜਵਾਬ ਦਿੱਤਾ, ਕੁਝ ਸਮਝ ਆਇਆ? ਉਸ ਆਦਮੀ ਨੇ ਕਿਹਾ, ਮੇਰੀ ਕੁਝ ਸਮਝ ਨਹੀਂ ਆਇਆ। ਨਾਰੀਅਲ ਨਾਲ ਮੇਰੇ ਜਵਾਬ ਦਾ ਕੀ ਸੰਬੰਧ ਹੈ? ਮੇਰੇ ਸਵਾਲ ਦਾ ਕੀ ਸੰਬੰਧ ਹੈ? ਉਸ ਫਕੀਰ ਨੇ ਕਿਹਾ, ਇਹ ਨਾਰੀਅਲ ਵੀ ਰੱਖ ਦੇ, ਕੁਝ ਤੋੜਨਾ ਭੰਨਣਾ ਨਹੀਂ ਹੈ। ਮੈਂ ਤੈਨੂੰ ਇਹ ਕਹਿ ਰਿਹਾ ਕਿ ਇਹ ਕੱਚਾ ਨਾਰੀਅਲ ਹੈ ਜਿਹਦੀ ਗਿਰੀ ਤੇ ਖੋਖਾ ਅਜੇ ਆਪਸ 'ਚ ਜੁੜੇ ਹੋਏ ਹਨ। ਜੇਕਰ ਤੂੰ ਇਹਦੇ ਖੋਖੇ ਨੂੰ ਚੋਟ ਪਹੁੰਚਾਏਗਾ ਤਾਂ ਉਹਦੀ ਗਿਰੀ ਵੀ ਟੁੱਟ ਜਾਏਗੀ। ਫਿਰ ਇੱਕ ਸੁੱਕਾ ਨਾਰੀਅਲ ਹੈ। ਸੁੱਕੇ ਨਾਰੀਅਲ ਤੇ ਕੱਚੇ ਨਾਰੀਅਲ 'ਚ ਫਰਕ ਹੀ ਕੀ ਹੈ? ਇੱਕ ਛੋਟਾ ਜਿਹਾ ਫਰਕ ਹੈ। ਸੁੱਕੇ ਨਾਰੀਅਲ ਦੀ ਗਿਰੀ ਸੁੰਗੜ ਗਈ ਹੈ ਅੰਦਰ ਤੇ ਖੋਖੇ ਤੋਂ ਵੱਖ ਹੋ ਗਈ ਹੈ। ਗਿਰੀ ਤੇ ਖੋਖੇ ਵਿਚਾਲੇ ਇੱਕ ਫਾਸਲਾ, ਇੱਕ ਡਿਸਟੈਂਸ ਹੋ ਗਿਆ, ਇੱਕ ਦੂਰੀ ਹੋ ਗਈ ਹੈ। ਹੁਣ ਤੂੰ ਕਹਿੰਦਾ ਹੈ ਕਿ ਇਹਦਾ ਅਸੀਂ ਖੋਖਾ ਤੋੜ ਦੇਵਾਂਗੇ।
ਤਾਂ ਗਿਰੀ ਬਚ ਸਕਦੀ ਹੈ। ਤਾਂ ਮੈਂ ਤੇਰੇ ਸਵਾਲ ਦਾ ਜਵਾਬ ਦੇ ਦਿੱਤਾ ਹੈ। ਉਸ ਆਦਮੀ ਨੇ ਕਿਹਾ, ਮੈਂ ਫਿਰ ਵੀ ਨਹੀਂ ਸਮਝਿਆ। ਤਾਂ ਉਸ ਫਕੀਰ ਨੇ ਕਿਹਾ, ਜਾ ਮਰ ਤੇ ਸਮਝ। ਇਹਦੇ ਬਿਨਾਂ ਤੂੰ ਸਮਝ ਨਹੀਂ ਸਕਦਾ, ਪਰ ਤਦ ਵੀ ਤੂੰ ਸਮਝ ਨਹੀਂ ਸਕੇਗਾ, ਕਿਉਂਕਿ ਤਦ ਤੂੰ ਬੇਹੋਸ਼ ਹੋ ਜਾਏਗਾ। ਖੋਖਾ ਤੇ ਗਿਰੀ ਇੱਕ ਦਿਨ ਅਲੱਗ ਹੋਣਗੇ, ਪਰ ਤਦ ਤੂੰ ਬੇਹੋਸ਼ ਹੋ ਜਾਏਗਾ। ਤੇ ਜੇਕਰ ਸਮਝਣਾ ਹੈ ਤਾਂ ਹੁਣੇ ਖੋਖੇ ਤੇ ਗਿਰੀ ਨੂੰ ਵੱਖ ਕਰਨਾ ਸਿੱਖ, ਹੁਣੇ ਜਿਉਂਦੇ ਜੀ। ਤੇ ਜੇਕਰ ਹੁਣੇ ਖੋਖਾ ਤੇ ਗਿਰੀ ਵੱਖ ਹੋ ਜਾਣ ਤਾਂ ਮੌਤ ਖਤਮ ਹੋ ਗਈ। ਉਹ ਫਾਸਲਾ ਪੈਦਾ ਹੋਣ ਨਾਲ ਹੀ ਅਸੀਂ ਜਾਣਦੇ ਹਾਂ ਕਿ ਖੋਖਾ ਵੱਖ, ਗਿਰੀ ਵੱਖ। ਹੁਣ ਖੋਖਾ ਟੁੱਟ ਜਾਏਗਾ, ਤਦ ਵੀ ਮੈਂ ਬਚਾਂਗਾ, ਤਦ ਵੀ ਮੇਰੇ ਟੁੱਟਣ ਦਾ ਕੋਈ ਸਵਾਲ ਨਹੀਂ ਹੈ, ਤਦ ਵੀ ਮੇਰੇ ਮਿਟਣ ਦਾ ਕੋਈ ਸਵਾਲ ਨਹੀਂ ਹੈ। ਮੌਤ ਵਾਪਰੇਗੀ, ਤਦ ਵੀ ਮੇਰੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦੀ, ਮੇਰੇ ਬਾਹਰ ਹੀ ਵਾਪਰੇਗੀ। ਯਾਨੀ ਉਹੀ ਮਰੇਗਾ ਜੋ ਮੈਂ ਨਹੀਂ ਹਾਂ, ਤੇ ਜੋ ਮੈਂ ਹਾਂ ਉਹ ਬਚ ਜਾਏਗਾ। ਧਿਆਨ ਜਾਂ ਸਮਾਧੀ ਦਾ ਇਹੀ ਅਰਥ ਹੈ ਕਿ ਅਸੀਂ ਆਪਣੇ ਖੋਖੇ ਤੇ ਗਿਰੀ ਨੂੰ ਵੱਖ ਕਰਨਾ ਸਿੱਖ ਜਾਈਏ। ਉਹ ਵੱਖ ਹੋ ਸਕਦੇ ਹਨ ਕਿਉਂਕਿ ਉਹ ਵੱਖ ਹਨ। ਉਹ ਵੱਖ-ਵੱਖ ਜਾਣੇ ਜਾ ਸਕਦੇ ਹਨ ਕਿਉਂਕਿ ਉਹ ਵੱਖ ਹਨ। ਇਸ ਲਈ ਧਿਆਨ ਨੂੰ ਮੈਂ ਕਹਿੰਦਾ ਸਵੈ ਇੱਛਾ ਨਾਲ ਮੌਤ ਵਿੱਚ ਪ੍ਰਵੇਸ਼, ਵਾਲੰਟਰੀ ਐਂਟਰੈਂਸ ਇਨਟੂ ਡੈਥ, ਆਪਣੀ ਹੀ ਇੱਛਾ ਨਾਲ ਮੌਤ 'ਚ ਪ੍ਰਵੇਸ਼। ਤੇ ਜੋ ਬੰਦਾ ਆਪਣੀ ਇੱਛਾ ਨਾਲ ਮੌਤ 'ਚ ਪ੍ਰਵੇਸ਼ ਕਰ ਜਾਂਦਾ ਹੈ, ਉਹ ਮੌਤ ਦਾ ਸਾਖਿਆਤਕਾਰ ਕਰ ਲੈਂਦਾ ਹੈ ਕਿ ਇਹ ਰਹੀ ਮੌਤ ਤੇ ਅਜੇ ਮੈਂ ਹਾਂ। ਸੁਕਰਾਤ ਮਰ ਰਿਹਾ ਹੈ, ਆਖਰੀ ਛਿਣ ਹੈ, ਜ਼ਹਿਰ ਪੀਸਿਆ ਜਾ ਰਿਹਾ ਉਹਨੂੰ ਮਾਰਨ ਦੇ ਲਈ। ਤੇ ਬਾਰ-ਬਾਰ ਪੁੱਛਦਾ, ਬੜੀ ਦੇਰ ਹੋ ਗਈ, ਜ਼ਹਿਰ ਕਦ ਤੱਕ ਪਿਸ ਜਾਏਗਾ? ਉਹਦੇ ਮਿੱਤਰ ਰੋ ਰਹੇ ਹਨ, ਕਹਿ ਰਹੇ ਹਨ, ਤੁਸੀਂ ਪਾਗਲ ਹੋ ਗਏ ਹੋ, ਅਸੀਂ ਤਾਂ ਚਾਹੁੰਦੇ ਹਾਂ ਥੋੜ੍ਹੀ ਦੇਰ ਹੋਰ ਜੀ ਲਓ। ਤਾਂ ਅਸੀਂ ਜ਼ਹਿਰ ਪੀਸਣ ਵਾਲੇ ਨੂੰ ਰਿਸ਼ਵਤ ਦਿੱਤੀ ਹੈ, ਸਮਝਾਇਆ ਬੁਝਾਇਆ ਹੈ ਕਿ ਜ਼ਰਾ ਹੌਲੀ ਹੌਲੀ ਪੀਸੀ। ਉਹ ਸੁਕਰਾਤ ਉੱਠ ਕੇ ਬਾਹਰ ਪਹੁੰਚ ਜਾਂਦਾ ਹੈ ਤੇ ਜ਼ਹਿਰ ਪੀਸਣ ਵਾਲੇ ਨੂੰ ਪੁੱਛਦਾ ਹੈ ਕਿ ਬੜੀ ਦੇਰ ਲਾ ਰਹੇ, ਬੜਾ ਨਾੜੀ ਜਾਪਦਾ, ਨਵਾਂ ਪੀਸ ਰਿਹਾ, ਪਹਿਲਾਂ ਕਦੇ ਨਹੀਂ ਪੀਸਿਆ, ਪਹਿਲਾਂ ਕਿਸੇ ਫਾਂਸੀ ਦੀ ਸਜ਼ਾ ਦਿੱਤੇ ਹੋਏ ਬੰਦੇ ਨੂੰ ਤੂੰ ਜ਼ਹਿਰ ਨਹੀਂ ਦਿੱਤੀ? ਉਹ ਆਦਮੀ ਕਹਿੰਦਾ, ਜ਼ਿੰਦਗੀ ਭਰ ਤੋਂ ਦੇ ਰਿਹਾ, ਪਰ ਤੇਰੇ ਜੇ ਪਾਗਲ ਆਦਮੀ ਮੈਂ ਨਹੀਂ ਵੇਖੇ। ਤੈਨੂੰ ਇੰਨੀ ਕਾਹਲੀ ਕੀ ਪਈ ਹੈ? ਹੋਰ ਥੋੜਾ ਜਿਹਾ ਸਾਹ ਲੈ ਲੈ, ਹੋਰ ਥੋੜੀ ਦੇਰ ਜੀ ਲੈ, ਹੋਰ ਦੇਰ ਜ਼ਿੰਦਗੀ 'ਚ ਰਹਿ ਲੈ। ਤਾਂ ਮੈਂ ਹੌਲੀ ਹੌਲੀ ਪੀਸ ਰਿਹਾ ਤੇ ਤੂੰ ਖੁਦ ਹੀ ਪਾਗਲਾਂ ਵਾਂਗ ਬਾਰ-ਬਾਰ ਪੁੱਛਦਾ ਹੈ ਕਿ ਬੜੀ ਦੇਰ ਹੋ ਗਈ, ਇੰਨੀ ਛੇਤੀ ਕੀ ਹੈ ਮਰਨ ਦੀ? ਸੁਕਰਾਤ ਕਹਿੰਦਾ ਕਿ ਬੜੀ ਛੇਤੀ ਹੈ, ਕਿਉਂਕਿ ਮੈਂ ਮੌਤ ਨੂੰ ਵੇਖਣਾ ਚਾਹੁੰਦਾ। ਮੈਂ ਦੇਖਣਾ ਚਾਹੁੰਦਾ ਕਿ ਮੌਤ ਕੀ ਹੈ, ਤੇ ਮੈਂ ਵੀ ਦੇਖਣਾ ਚਾਹੁੰਦਾ ਕਿ ਮੌਤ ਵੀ ਹੋ ਜਾਏ ਤੇ ਫਿਰ ਵੀ ਮੈਂ ਬਚਦਾ ਜਾਂ ਨਹੀਂ ਬਚਦਾ। ਜੇਕਰ ਨਹੀਂ ਬਚਦਾ ਤਾਂ ਸਾਰੀ ਗੱਲ ਹੀ ਖਤਮ ਹੋ ਜਾਂਦੀ ਹੈ, ਤੇ ਜੇਕਰ ਬਚਦਾ ਤਾਂ ਮੌਤ ਖਤਮ ਹੋ ਜਾਂਦੀ ਹੈ। ਅਸਲ 'ਚ ਮੈਂ ਹੀ ਵੇਖਣਾ ਚਾਹੁੰਦਾ ਕਿ ਮੌਤ ਦੀ ਘਟਨਾ 'ਚ ਕੌਣ ਮਰੇਗਾ, ਮੌਤ ਮਰੇਗੀ ਕਿ ਮੈਂ ਮਰਾਂਗਾ, ਮੈਂ ਬਚਾਂਗਾ ਜਾਂ ਮੌਤ ਬਚੇਗੀ, ਇਹ ਮੈਂ ਦੇਖਣਾ ਚਾਹੁੰਦਾ, ਬਿਨਾਂ ਜਾਣੇ ਕਿਵੇਂ ਦੇਖਾਂ। ਫਿਰ ਸੁਕਰਾਤ ਨੂੰ ਜ਼ਹਿਰ ਦੇ ਦਿੱਤਾ ਗਿਆ। ਸਾਰੇ ਮਿੱਤਰ ਛਾਤੀ ਪਿੱਟ ਕੇ ਰੋ ਰਹੇ ਹਨ, ਉਹ ਹੋਸ਼ 'ਚ ਨਹੀਂ ਹਨ। ਤੇ ਸੁਕਰਾਤ ਕੀ ਕਰ ਰਿਹਾ? ਸੁਕਰਾਤ ਉਹਨਾਂ ਨੂੰ ਕਹਿ ਰਿਹਾ ਕਿ ਮੇਰੇ ਪੈਰ ਮਰ ਗਏ, ਪਰ ਅਜੇ ਮੈਂ ਜਿਉਂਦਾ। ਸੁਕਰਾਤ ਕਹਿ ਰਿਹਾ, ਮੇਰੇ ਗੋਡਿਆਂ ਤੇ ਇੱਕ ਜ਼ਹਿਰ ਚੜ ਗਿਆ, ਮੇਰੇ ਗੋਡਿਆਂ ਤੱਕ ਦੇ ਪੈਰ ਬਿਲਕੁਲ ਮਰ ਗਏ। ਹੁਣ ਜੇਕਰ ਤੁਸੀਂ ਇਹਨਾਂ ਨੂੰ ਕੱਟੋ ਤਦ ਵੀ ਮੈਨੂੰ ਪਤਾ ਨਹੀਂ ਲੱਗੇਗਾ। ਪਰ ਮਿੱਤਰੋ, ਮੈਂ ਤੁਹਾਨੂੰ ਕਹਿੰਦਾ ਕਿ ਮੇਰੇ ਪੈਰ ਤਾਂ ਮਰ ਗਏ, ਪਰ ਮੈਂ ਜਿਉਂਦਾ। ਯਾਨੀ ਇੱਕ ਗੱਲ ਪੱਕੀ ਪਤਾ ਲੱਗ ਗਈ ਕਿ ਮੈਂ ਪੈਰ ਨਹੀਂ ਸੀ, ਮੈਂ ਅਜੇ ਹਾਂ, ਮੈਂ ਪੂਰੇ ਦਾ ਪੂਰਾ ਹਾਂ, ਮੇਰੇ ਅੰਦਰ ਅਜੇ ਕੁਝ ਵੀ ਘੱਟ ਨਹੀਂ ਹੋ ਗਿਆ। ਫਿਰ ਸੁਕਰਾਤ ਕਹਿੰਦਾ ਹੈ ਕਿ ਹੁਣ ਮੇਰੇ ਪੂਰੇ ਪੈਰ ਹੀ ਜਾ ਚੁੱਕੇ, ਪੱਟਾਂ ਤੱਕ ਸਭ ਖਤਮ ਹੋ ਚੁੱਕਿਆ। ਹੁਣ ਜੇਕਰ ਤੁਸੀਂ ਮੇਰੇ ਪੱਟਾਂ ਤੱਕ ਮੈਨੂੰ ਕੱਟ ਦਿਓ ਤਾਂ ਮੈਨੂੰ ਕੁਝ ਵੀ ਪਤਾ ਨਹੀਂ ਲੱਗੇਗਾ, ਪਰ ਮੈਂ ਹਾਂ। ਤੇ ਉਹ ਮਿੱਤਰ ਹਨ ਕਿ ਰੋਈ ਜਾ ਰਹੇ ਹਨ। ਸੁਕਰਾਤ ਕਹਿ ਰਿਹਾ ਹੈ ਕਿ ਤੁਸੀਂ ਰੋਵੋ ਨਾ, ਇੱਕ ਮੌਕਾ ਤੁਹਾਨੂੰ ਮਿਲਿਆ ਹੈ। ਦੇਖੋ, ਇੱਕ ਆਦਮੀ ਮਰ ਰਿਹਾ, ਤੁਹਾਨੂੰ ਖਬਰ ਦੇ ਰਿਹਾ ਕਿ ਉਹ ਫਿਰ ਵੀ ਜਿਉਂਦਾ ਹੈ। ਮੇਰੇ ਪੈਰ ਤੁਸੀਂ ਪੂਰੇ ਕੱਟ ਸੁੱਟੇ ਤਾਂ ਵੀ ਮੈਂ ਨਹੀਂ ਮਰਿਆ, ਮੈਂ ਅਜੇ ਹਾਂ। ਤੇ ਫਿਰ ਉਹ ਕਹਿੰਦਾ ਹੈ ਕਿ ਮੇਰੇ ਹੱਥ ਵੀ ਢਿੱਲੇ ਹੁੰਦੇ ਜਾ ਰਹੇ ਹਨ, ਹੱਥ ਵੀ ਮਰ ਜਾਣਗੇ। ਮੈਂ ਕਿੰਨੀ ਵਾਰ ਆਪਣੇ ਹੱਥਾਂ ਨੂੰ ਖੁਦ ਸਮਝਿਆ ਸੀ, ਉਹ ਹੱਥ ਵੀ ਚਲੇ ਜਾ ਰਹੇ ਹਨ, ਪਰ ਮੈਂ ਹਾਂ। ਤੇ ਉਹ ਆਦਮੀ, ਉਹ ਸੁਕਰਾਤ ਮਰਦਾ ਹੋਇਆ ਕਹਿੰਦਾ ਚਲਿਆ ਜਾਂਦਾ ਹੈ। ਉਹ ਕਹਿੰਦਾ ਹੌਲੀ ਹੌਲੀ ਸਭ ਸ਼ਾਂਤ ਹੁੰਦਾ ਜਾ ਰਿਹਾ ਹੈ, ਸਭ ਡੁੱਬਿਆ ਜਾ ਰਿਹਾ ਹੈ, ਪਰ ਮੈਂ ਓਨੇ ਦਾ ਓਨਾ ਹੀ ਹਾਂ। ਤੇ ਸੁਕਰਾਤ ਕਹਿੰਦਾ ਹੈ, ਹੋ ਸਕਦਾ ਹੈ ਥੋੜੀ ਦੇਰ ਬਾਅਦ ਮੈਂ ਤੁਹਾਨੂੰ ਖਬਰ ਦੇਣ ਨੂੰ ਨਾ ਰਹਿ ਜਾਵਾਂ, ਪਰ ਤੁਸੀਂ ਇਹ ਨਾ ਸਮਝਣਾ ਕਿ ਮੈਂ ਮਿਟ ਗਿਆ, ਕਿਉਂਕਿ ਜਦ ਇੰਨਾ ਸਰੀਰ ਮਿਟ ਗਿਆ ਤੇ ਮੈਂ ਨਹੀਂ ਮਿਟਿਆ, ਤਾਂ ਥੋੜਾ ਸਰੀਰ ਹੋਰ ਮਿਟ ਜਾਏਗਾ, ਤਦ ਵੀ ਮੈਂ ਕਿਵੇਂ ਮਿਟਾਂਗਾ। ਹੋ ਸਕਦਾ ਮੈਂ ਤੁਹਾਨੂੰ ਖਬਰ ਨਾ ਦੇ ਸਕਾਂ, ਕਿਉਂਕਿ ਖਬਰ ਸਰੀਰ ਦੇ ਦੁਆਰਾ ਹੀ ਦਿੱਤੀ ਜਾ ਸਕਦੀ ਹੈ, ਪਰ ਮੈਂ ਰਹਾਂਗਾ। ਤੇ ਫਿਰ ਉਹ ਆਖਰੀ ਛਿਨ ਕਹਿੰਦਾ ਹੈ
ਕਿ ਸ਼ਾਇਦ ਆਖਰੀ ਗੱਲ ਤੁਹਾਨੂੰ ਕਹਿ ਰਿਹਾ ਹਾਂ। ਜੀਭ ਮੇਰੀ ਲੜਖੜਾ ਗਈ ਹੈ ਤੇ ਹੁਣ ਇਹਦੇ ਅੱਗੇ ਮੈਂ ਇੱਕ ਸ਼ਬਦ ਨਹੀਂ ਬੋਲ ਸਕਾਂਗਾ, ਪਰ ਮੈਂ ਅਜੇ ਵੀ ਕਹਿ ਰਿਹਾ ਕਿ ਮੈਂ ਹਾਂ। ਉਹ ਆਖਰੀ ਸਮੇਂ ਤੱਕ ਇਹ ਕਹਿੰਦਾ ਹੋਇਆ ਮਰ ਗਿਆ ਕਿ ਮੈਂ ਹਾਂ। ਧਿਆਨ ਵਿੱਚ ਵੀ ਹੌਲੀ ਹੌਲੀ ਇਸੇ ਤਰ੍ਹਾਂ ਹੀ ਅੰਦਰ ਪ੍ਰਵੇਸ਼ ਕਰਨਾ ਪੈਂਦਾ ਹੈ ਤੇ ਹੌਲੀ ਹੌਲੀ ਇੱਕ ਇੱਕ ਚੀਜ਼ ਛੁੱਟਦੀ ਚਲੀ ਜਾਂਦੀ ਹੈ। ਇੱਕ ਇੱਕ ਚੀਜ਼ ਨਾਲੋਂ ਫਾਸਲਾ ਪੈਦਾ ਹੁੰਦਾ ਚਲਿਆ ਜਾਂਦਾ ਹੈ ਤੇ ਫਿਰ ਉਹ ਘੜੀ ਆ ਜਾਂਦੀ ਹੈ ਕਿ ਲੱਗਦਾ ਹੈ ਕਿ ਸਭ ਦੂਰ ਪਿਆ ਹੈ, ਜਿਵੇਂ ਕੰਢੇ ਤੇ ਕਿਸੇ ਹੋਰ ਦੀ ਲਾਸ਼ ਪਈ ਹੋਏਗੀ। ਅਜਿਹਾ ਲੱਗੇਗਾ ਤੇ ਮੈਂ ਹਾਂ, ਤੇ ਸਰੀਰੋਂ ਪਿਆ ਤੇ ਫਿਰ ਵੀ ਮੈਂ ਹਾਂ, ਵੱਖ ਤੇ ਜੁਦਾ ਤੇ ਬਿਲਕੁਲ ਦੂਸਰਾ। ਜਿਵੇਂ ਹੀ ਅਨੁਭਵ ਹੋ ਜਾਂਦਾ ਹੈ ਅਸੀਂ ਮੌਤ ਦਾ ਸਾਖਿਆਤਕਾਰ ਕਰ ਲਿਆ ਜਿਉਂਦਿਆਂ ਹੋਇਆਂ। ਫਿਰ ਹੁਣ ਮੌਤ ਨਾਲ ਸਾਡਾ ਕੋਈ ਸੰਬੰਧ ਕਦੇ ਨਹੀਂ ਹੋਏਗਾ। ਮੌਤ ਆਉਂਦੀ ਰਹੇਗੀ, ਪਰ ਤਦੋਂ ਪੜਾਅ ਹੋਏਗੀ, ਕੱਪੜੇ ਦਾ ਬਦਲਣਾ ਹੋਏਗਾ, ਜਿੱਥੇ ਅਸੀਂ ਨਵੇਂ ਘੋੜੇ ਲੈ ਜਾਵਾਂਗੇ ਤੇ ਨਵੇਂ ਸਰੀਰਾਂ ਤੇ ਸਵਾਰ ਹੋ ਜਾਵਾਂਗੇ ਤੇ ਨਵੇਂ ਸਫ਼ਰ ਤੇ ਨਿਕਲਾਂਗੇ, ਨਵੀਆਂ ਰਾਹਾਂ ਤੇ, ਨਵੇਂ ਲੋਕਾਂ 'ਚ। ਪਰ ਮੌਤ ਸਾਨੂੰ ਮਿਟਾ ਨਹੀਂ ਜਾਏਗੀ। ਇਸ ਗੱਲ ਦਾ ਪਤਾ ਸਾਖਿਆਤਕਾਰ ਨਾਲ ਹੀ ਹੋ ਸਕਦਾ ਹੈ, ਐਨਕਾਊਂਟਰ ਨਾਲ ਹੀ ਹੋ ਸਕਦਾ ਹੈ। ਸਾਨੂੰ ਜਾਣਨਾ ਹੀ ਪਏਗਾ, ਸਾਨੂੰ ਗੁਜ਼ਰਨਾ ਹੀ ਪਏਗਾ। ਤੇ ਮਰਨ ਤੋਂ ਅਸੀਂ ਇੰਨਾ ਡਰਦੇ ਹਾਂ, ਇਸ ਲਈ ਅਸੀਂ ਧਿਆਨ ਵੀ ਨਹੀਂ ਕਰ ਪਾਉਂਦੇ। ਮੇਰੇ ਕੋਲ ਕਿੰਨੇ ਲੋਕ ਆਉਂਦੇ ਹਨ, ਕਹਿੰਦੇ ਹਨ ਅਸੀਂ ਧਿਆਨ ਨਹੀਂ ਕਰ ਪਾਉਂਦੇ। ਹੁਣ ਮੈਂ ਉਹਨਾਂ ਨੂੰ ਕੀ ਕਹਾਂ ਕਿ ਉਹਨਾਂ ਦੀ ਅਸਲੀ ਤਕਲੀਫ ਹੋਰ ਹੈ। ਅਸਲੀ ਤਕਲੀਫ ਉਹਨਾਂ ਦੇ ਮਰਨ ਦਾ ਡਰ ਹੈ ਤੇ ਧਿਆਨ ਮਰਨ ਦੀ ਇੱਕ ਪ੍ਰਕਿਰਿਆ ਹੈ। ਧਿਆਨ 'ਚ ਅਸੀਂ ਉੱਥੇ ਹੀ ਪਹੁੰਚ ਜਾਂਦੇ ਹਾਂ, ਪੂਰੇ ਧਿਆਨ ਵਿੱਚ, ਜਿੱਥੇ ਮਰਿਆ ਹੋਇਆ ਆਦਮੀ ਪਹੁੰਚਦਾ ਹੈ। ਫਰਕ ਸਿਰਫ ਇਹ ਹੁੰਦਾ ਹੈ ਕਿ ਮਰਿਆ ਹੋਇਆ ਆਦਮੀ ਬੇਹੋਸ਼ ਪਹੁੰਚਦਾ ਹੈ, ਅਸੀਂ ਹੋਸ਼ 'ਚ ਪਹੁੰਚ ਜਾਂਦੇ ਹਾਂ। ਬਸ ਇੰਨਾ ਹੀ ਫਰਕ ਹੁੰਦਾ ਹੈ। ਮਰੇ ਹੋਏ ਆਦਮੀ ਨੂੰ ਪਤਾ ਨਹੀਂ ਹੁੰਦਾ ਕਿ ਕੀ ਹੋ ਗਿਆ, ਖੋਖਾ ਕਿਵੇਂ ਟੁੱਟ ਗਿਆ ਤੇ ਗਿਰੀ ਬਚ ਗਈ, ਤੇ ਸਾਨੂੰ ਪਤਾ ਹੁੰਦਾ ਹੈ ਕਿ ਗਿਰੀ ਵੱਖ ਹੋ ਗਈ ਹੈ ਤੇ ਖੋਖਾ ਵੱਖ ਹੋ ਗਿਆ। ਜੋ ਲੋਕ ਵੀ ਧਿਆਨ 'ਚ ਨਹੀਂ ਜਾ ਪਾਉਂਦੇ ਹਨ, ਉਹਨਾਂ ਦੇ ਨਾ ਜਾਣ ਦਾ ਬੁਨਿਆਦੀ ਕਾਰਨ ਮੌਤ ਦਾ ਭੈ ਹੈ, ਹੋਰ ਕੋਈ ਵੀ ਕਾਰਨ ਨਹੀਂ ਹੈ। ਤੇ ਜੋ ਵਿਅਕਤੀ ਵੀ ਮੌਤ ਤੋਂ ਡਰੇ ਹੋਏ ਹਨ, ਉਹ ਕਦੇ ਸਮਾਧੀ 'ਚ ਪ੍ਰਵੇਸ਼ ਨਹੀਂ ਕਰ ਸਕਦੇ। ਸਮਾਧੀ ਆਪਣੇ ਹੱਥੀਂ ਮੌਤ ਨੂੰ ਸੱਦਾ ਦੇਣਾ ਹੈ। ਮੌਤ ਨੂੰ ਸੱਦਾ ਹੈ ਕਿ ਆਓ, ਮੈਂ ਮਰਨ ਨੂੰ ਤਿਆਰ ਹਾਂ, ਮੈਂ ਜਾਣਨਾ ਚਾਹੁੰਦਾ ਕਿ ਮੌਤ ਹੋ ਜਾਏਗੀ, ਮੈਂ ਬਚਾਂਗਾ ਕਿ ਨਹੀਂ ਬਚਾਂਗਾ, ਤੇ ਚੰਗਾ ਹੈ ਕਿ ਮੈਂ ਹੋਸ਼ ਪੂਰਵਕ ਜਾਣ ਲਵਾਂ, ਕਿਉਂਕਿ ਬੇਹੋਸ਼ੀ 'ਚ ਘਟਨਾ ਵਾਪਰੇਗੀ ਤਾਂ ਮੈਂ ਕੁਝ ਵੀ ਨਹੀਂ ਜਾਣ ਪਾਵਾਂਗਾ। ਇਸ ਲਈ ਪਹਿਲੀ ਗੱਲ ਅੱਜ ਦੀ ਰਾਤ ਤੁਹਾਨੂੰ ਇਹ ਕਹਿੰਦਾ ਕਿ ਮੌਤ ਕੋਲੋਂ ਜਦ ਤੱਕ ਤੁਸੀਂ ਭੱਜੋਗੇ ਤਦ ਤੱਕ ਤੁਸੀਂ ਮੌਤ ਕੋਲੋਂ ਹਾਰਦੇ ਰਹੋਗੇ, ਤੇ ਜਿਸ ਦਿਨ ਖੜੇ ਹੋ ਕੇ ਮੌਤ ਦਾ ਸਾਹਮਣਾ ਕਰੋਗੇ, ਆਮੋ ਸਾਹਮਣੇ ਖੜੇ ਹੋ ਜਾਓਗੇ, ਉਸੇ ਦਿਨ ਮੌਤ ਵਿਦਾ ਹੋ ਜਾਏਗੀ, ਤੁਸੀਂ ਬਾਕੀ ਰਹਿ ਜਾਓਗੇ। ਇੱਧਰ ਆਉਣ ਵਾਲੇ 3 ਦਿਨਾਂ 'ਚ ਮੌਤ ਦੇ ਆਹਮਣੇ ਸਾਹਮਣੇ ਤੁਸੀਂ ਕਿਵੇਂ ਖੜੇ ਹੋ ਸਕਦੇ ਹੋ, ਉਸ ਦੀ ਹੀ ਪ੍ਰਕਿਰਿਆ ਬਾਰੇ ਮੈਂ ਸਾਰੀ ਗੱਲ ਕਰਾਂਗਾ। ਇਹਨਾਂ 3 ਦਿਨਾਂ 'ਚ ਮੈਂ ਆਸ ਕਰਦਾ ਕਿ ਬਹੁਤ ਸਾਰੇ ਲੋਕ ਮਰਨਾ ਜਾਣ ਲੈਣਗੇ, ਮਰ ਸਕਣਗੇ। ਤੇ ਜੇਕਰ ਇੱਥੇ ਮਰ ਸਕਣ ਇਸ ਤੱਟ ਤੇ ਇਹ ਤੱਟ ਬਹੁਤ ਅਨੋਖਾ ਹੈ। ਇਸ ਤੱਟ ਤੇ ਉਸ ਆਦਮੀ ਦੇ ਪੈਰ ਪਏ ਹਨ ਜਿਹਨੇ ਕਿਸੇ ਯੁੱਧ 'ਚ ਇਹ ਕਿਹਾ ਸੀ, ਅਰਜਨ ਨੂੰ ਕਿਹਾ ਸੀ ਕ੍ਰਿਸ਼ਨ ਨੇ ਕਿ ਤੂੰ ਫਿਕਰ ਨਾ ਕਰ ਤੇ ਡਰ ਨਾ, ਤੂੰ ਮਰਨ ਤੋਂ ਨਾ ਡਰ, ਕਿਉਂਕਿ ਮੈਂ ਤੈਨੂੰ ਕਹਿੰਦਾ ਹਾਂ, ਨਾ ਕੋਈ ਮਰਦਾ, ਨਾ ਕੋਈ ਮਾਰਦਾ, ਨਾ ਕਦੇ ਕੋਈ ਮਰਿਆ, ਨਾ ਕੋਈ ਕਦੇ ਮਰ ਸਕਦਾ। ਤੇ ਜੋ ਮਰਦਾ ਹੈ ਤੇ ਜੋ ਮਰ ਸਕਦਾ ਉਹ ਮਰਿਆ ਹੀ ਹੋਇਆ, ਤੇ ਜੋ ਨਹੀਂ ਮਰਦਾ, ਨਹੀਂ ਮਰ ਸਕਦਾ, ਉਹਨੂੰ ਮਾਰਨ ਦਾ ਕੋਈ ਉਪਾਅ ਨਹੀਂ ਹੈ, ਉਸ ਨੂੰ ਮਾਰਨ ਦਾ ਸਵਾਲ ਹੀ ਨਹੀਂ ਹੈ। ਉਹੀ ਜ਼ਿੰਦਗੀ ਹੈ। ਧੰਨਵਾਦ।